हरि मिलै सुख नाम हर शोभा, चिंता लाहे हमारी। अवर न दूजै अवर न सूझै दूजी ठाहर, हार परयो तो द्वारी। लेखा छोड़ लेखै छूटै, हम निर्गुण लेहो उबारी। सदबख्शिंद सदा मेहरबाना, सबना दे आधारी। नानक दास संत पाछै परयो, राख लेहो ए बारी। सुकौ टल गुर सेविय, अहनिस सहज सुभाव। दर्शन परसै जन्म मरण दुख, होवै सिफत खसामदी। नूर अरसो कुरसो सटिया, तुद डिठे सच्चे पातशाह। मल जन्म जन्म दी, सजन सच्चा पातशाह। सिर सांधै साहो, जिस पास बैठिया सोहिया। सबना दा साहो, जिस पास बैठिया सबना दा साहो। मंगर माहे सोहंदिया, हर पिर संग बैठड़िया। तिनकी शोभा क्या गणी, जे साहिब मेलड़िया। तन मन मौलिया राम स्यों, संग साध सहेलड़िया। साध जना ते बाहरी, से रहन इके लड़िया। तिन दुख न कबू उतरै, से जम कै वस पड़िया। जिनी रावया प्रभ अपना, से दिसन नित खड़िया। रतन जवे हर लाल हर, कंठ तिना जड़िया। नानक बांछै धूड़ तिना, प्रभ सरणी दर पड़िया। मंगर प्रभ आराधना, बहुड़ ना जन मड़िया। वाहिगुरु जी का खालसा, वाहिगुरु जी की फतेह। पतित पावन जुगो जुग अटल, गरीब नवाज गुरु ग्रंथ साहिब पातशाह जियां दी पावन पवित्र हजूरी अंदर सुभाईमान हो रही गुरु की संगत। आप संगतां ने सतगुरां दे दरबार विच बैठ के सतगुरां दी इलाही गुरबाणी दे कीर्तन दी दात आप संगतां ने सरवण कीती है। ਅੱਜ ਆਪਾਂ ਨੂੰ ਮੱਘਰ ਦਾ ਜੋ ਮਹੀਨਾ ਹੈ, ਇਸ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਪ੍ਰਾਪਤ ਹੋ ਰਿਹਾ। ਆਪ ਸੰਗਤਾਂ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਬਾਣੀ ਸੁਣਦਿਆਂ ਹੋਇਆਂ, ਪੜ੍ਹਦਿਆਂ ਹੋਇਆਂ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਕੇ ਆਪਣੇ ਮਿਲੇ ਹੋਏ ਸਵਾਸਾਂ ਨੂੰ, ਮਿਲੇ ਹੋਏ ਮਨੁੱਖਾ ਜਨਮ ਨੂੰ ਸਫਲਾ ਬਣਾਇਆ। सतगुरु जी कृपा कर रहे ने। कोई गावै को सुनै, हर नामा चित लाए। कहो कबीर संसा नहीं, अंत परम घात पाए।
सतगुरु जी फरमाउंदे ने, गुरु की बाणी ऐसी है, गुरु के सिखो, इस बाणी नूं कोई पढ़ लवे जां कोई भी इस बाणी नूं सरवण कर लवे, ਜਿਹੜਾ ਮਨ ਟਿਕਾ ਕੇ ਪੜ੍ਹੇਗਾ ਉਹ ਵੀ ਪ੍ਰਾਪਤੀ ਵਾਲਾ ਹੈ, ਜਿਹੜਾ ਮਨ ਟਿਕਾ ਕੇ ਸੁਣੇਗਾ ਉਹ ਵੀ ਪ੍ਰਾਪਤੀ ਵਾਲਾ। ਆਪਾਂ ਇਤਿਹਾਸ ਦੇ ਵਿੱਚ ਬਚਨ ਸਰਵਣ ਕਰਦੇ, ਭਾਈ ਜੋਧ ਜੀ ਖਡੂਰ ਸਾਹਿਬ ਦੀ ਧਰਤੀ 'ਤੇ ਨੇੜੇ ਹੀ ਬਾਹਰ ਖੇਤਾਂ ਵਿੱਚ ਬੈਠੇ ਹੋਏ ਗੁਰਬਾਣੀ ਦਾ ਪਾਠ ਕਰਦੇ ਪਏ ਅੰਮ੍ਰਿਤ ਵੇਲੇ। ਭਾਈ ਲਹਿਣਾ ਸਾਹਿਬ ਜੀ ਜਦੋਂ ਕੋਲ ਦੀ ਲੰਘਣ ਲੱਗੇ ਤੇ ਉਹਨਾਂ ਦੇ ਕੰਨਾਂ ਵਿੱਚ ਆਵਾਜ਼ ਪਈ ਬਾਣੀ ਦੀ, ਤੇ ਜਦੋਂ ਗੁਰਬਾਣੀ ਦੇ ਬਚਨ ਕੰਨਾਂ ਵਿੱਚ ਪਏ ਨਾ ਗੁਰਮੁਖੋ, ਤੇ ਬੜੀ ਸ਼ਾਂਤੀ ਆਈ, ਬੜਾ ਆਨੰਦ ਆਇਆ। ਤੇ ਭਾਈ ਲਹਿਣਾ ਸਾਹਿਬ ਜੀ ਕੋਲ ਹੀ ਬੈਠ ਗਏ ਚੁੱਪ ਕਰਕੇ, ਤੇ ਬੜੇ ਧਿਆਨ ਦੇ ਨਾਲ ਗੁਰਬਾਣੀ ਸਰਵਣ ਕਰਦੇ ਰਹੇ। ਗੁਰਬਾਣੀ ਦਾ ਇੱਕ ਇੱਕ ਅੱਖਰ ਸੁਣਿਆ ਬੜੀ ਭਾਵਨਾ ਦੇ ਨਾਲ। ਤੇ ਜਦੋਂ ਪਾਠ ਸੰਪੂਰਨ ਹੋਇਆ ਤੇ ਭਾਈ ਜੋਧ ਜੀ ਨੂੰ ਪੁੱਛਿਆ, ਕਹਿਣ ਲੱਗੇ ਵੀ ਇਹ ਇੰਨੇ ਬਖਸ਼ਿਸ਼ ਵਾਲੇ ਬਚਨ ਕਿਹਨਾਂ ਦੇ? ਤੇ ਉਹਨਾਂ ਨੇ ਦੱਸਿਆ ਵੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ, ਇਹ ਬਾਣੀ ਇਹ ਬਚਨ ਉਹਨਾਂ ਦੇ ਨੇ। ਇਸ ਵੇਲੇ ਉਹ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਬਿਰਾਜੇ ਹੋਏ ਨੇ। ਤੇ ਫਿਰ ਭਾਈ ਲਹਿਣਾ ਜੀਆਂ ਨੇ ਵਿਚਾਰ ਬਣਾ ਲਿਆ ਵੀ ਹੁਣ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਦਰਸ਼ਨ ਕਰਨੇ। ਬਚਨ ਇਹ ਹੈ, ਬਾਣੀ ਪੜ੍ਹਨ ਵਾਲੇ ਨੇ ਭਾਈ ਜੋਧ ਜੀ ਜਿਹੜੇ ਬਾਣੀ ਪੜ੍ਹਦੇ ਪਏ, ਤੇ ਬਾਣੀ ਸੁਣਨ ਵਾਲੇ ਨੇ ਭਾਈ ਲਹਿਣਾ ਜੀ ਜਿਹੜੇ ਬਾਣੀ ਸੁਣਦੇ ਪਏ। ਪੜ੍ਹਨ ਵਾਲੇ ਨੂੰ ਵੀ ਦਾਤ ਮਿਲਦੀ ਪਈ ਹੈ ਤੇ ਸਰਵਣ ਕਰਨ ਵਾਲੇ ਨੂੰ ਵੀ ਦਾਤ ਮਿਲਦੀ ਪਈ ਹੈ, ਜਿਨ੍ਹਾਂ ਨੇ ਇਸ ਤਰੀਕੇ ਨਾਲ ਬਾਣੀ ਨੂੰ ਸੁਣਿਆ ਜਿਵੇਂ ਭਾਈ ਲਹਿਣਾ ਸਾਹਿਬ ਜੀ ਸੁਣਦੇ ਪਏ। ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਨਾਂ ਦੀ ਸ਼ਰਨ ਵਿੱਚ ਪਹੁੰਚ ਕੇ ਸੇਵਾ ਵਿੱਚ ਤਤਪਰ ਹੋਏ, ਤੇ ਭਾਈ ਲਹਿਣਾ ਸਾਹਿਬ ਤੋਂ ਗੁਰੂ ਅੰਗਦ ਦੇ ਬਣ ਕੇ ਪ੍ਰਗਟ ਹੋਏ। ਇੱਕ ਵਾਰੀ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰਾਂ ਨੇ ਤਾਂ ਆਖਿਆ, ਕੋਈ ਗਾਵੇ ਕੋ ਸੁਣੈ। ਗਾਉਣ ਵਾਲੇ ਦਾ ਵੀ ਭਲਾ ਹੈ, ਸੁਣਨ ਵਾਲੇ ਦਾ ਵੀ ਭਲਾ ਹੈ। ਗਾਉਣ ਵਾਲੇ ਨੂੰ ਗਾਉਣ ਦਾ ਫਲ ਮਿਲ ਜਾਣਾ, ਸੁਣਨ ਵਾਲੇ ਨੂੰ ਸੁਣਨ ਦਾ ਫਲ ਮਿਲ ਜਾਣਾ ਹੈ। ਇਹਦਾ ਫਲ ਘਟਦਾ ਨਹੀਂ ਹੈ, ਇਹਦੇ ਭਾਵਨਾ ਦੇ ਉੱਪਰ ਹੈ। ਜਿੰਨੀ ਭਾਵਨਾ ਓਨਾ ਫਲ ਪਾ ਲਵੇਂਗਾ। ਵੱਡੇ ਭਾਗ ਪ੍ਰਾਪਤ ਹੋਏ ਨੇ ਗੁਰੂ ਕੀ ਸੰਗਤ ਵਿੱਚ ਆਪਾਂ ਜੁੜ ਮਿਲ ਕਰਕੇ ਬੈਠੇ ਹਾਂ। ਜਿਸ ਤਰ੍ਹਾਂ ਮਹਾਰਾਜ ਅੱਜ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਉਹ ਆਪਾਂ ਹੁਣ ਸਰਵਣ ਕਰਾਂਗੇ। ਗੁਰਮੁਖੋ ਸਰੀਰ ਕਰਕੇ ਬੈਠੇ ਹਾਂ ਗੁਰੂ ਦੀ ਹਜ਼ੂਰੀ ਦੇ ਵਿੱਚ ਆ ਕੇ। ਇਹ ਸਰੀਰ ਦੇ ਨਾਲ ਨਾਲ ਮਨ ਵੀ ਸਾਡਾ ਇੱਥੇ ਟਿਕ ਜਾਵੇ, ਮਨ ਵੀ ਗੁਰੂ ਸੰਗਤ ਵਿੱਚ ਬੈਠ ਜਾਵੇ, ਤਾਂ ਕਿ ਬਚਨ ਸਾਡੇ ਪੱਲੇ ਪੈ ਜਾਣ, ਸਾਡਾ ਭਲਾ ਹੋ ਜਾਵੇ। ਗੁਰੂ ਪਾਤਸ਼ਾਹ ਤੋਂ ਅਸੀਸਾਂ ਪ੍ਰਾਪਤ ਕਰੀਏ ਤਾਂ ਕਿ ਸਾਡਾ ਮਨ ਟਿਕ ਜਾਵੇ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੰਗਰ ਮਾਹੇ ਸੋਹੰਦਿਆਂ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਹ ਮੱਘਰ ਦੇ ਮਹੀਨੇ ਦਾ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਪਏ। ਸਤਿਗੁਰਾਂ ਨੇ ਜਦੋਂ ਬਾਣੀ ਉਚਾਰਨੀ ਹੁੰਦੀ ਨਾ ਕੋਈ ਮਹਾਰਾਜ ਵਿਧੀ ਬਣਾ ਦਿੰਦੇ। ਜਿਵੇਂ ਆਪਾਂ ਇਤਿਹਾਸ ਵਿੱਚ ਬਚਨ ਸਰਵਣ ਕਰਦੇ ਨਾ, ਭਾਈ ਮਰਦਾਨਾ ਜੀ ਕਹਿ ਦਿੰਦੇ ਮਹਾਰਾਜ ਭੁੱਖ ਲੱਗੀ ਹੈ, ਕਿਤੇ ਪਿਆਸ ਲੱਗੀ ਹੈ। ਤੇ ਆਪਾਂ ਕਈ ਵਾਰੀ ਹੱਸਣ ਲੱਗ ਪੈਂਦੇ ਵੀ ਭਾਈ ਮਰਦਾਨਾ ਜੀ ਨੂੰ ਹਰ ਵੇਲੇ ਭੁੱਖ ਤੇ ਪਿਆਸ ਹੀ ਲੱਗੀ ਰਹਿੰਦੀ ਹੈ। ਨਹੀਂ, ਉਹਦਾ ਕਾਰਨ ਇਹ ਹੈ ਵੀ ਮਹਾਰਾਜ ਇੱਕ ਸਬੱਬ ਬਣਾਉਂਦੇ ਸਨ, ਬਹਾਨਾ ਬਣਾਉਂਦੇ ਸਨ, ਤੇ ਉਸ ਬਹਾਨੇ ਦੇ ਨਾਲ ਮਹਾਰਾਜ ਭਲਾ ਕਰ ਦਿੰਦੇ। ਸਤਿਗੁਰਾਂ ਨੇ ਜਦੋਂ ਬਾਣੀ ਰਚਣੀ ਹੈ ਨਾ, ਉਦੋਂ ਕੋਈ ਨਾ ਕੋਈ ਮਹਾਰਾਜ ਬਹਾਨਾ ਬਣਾ ਦਿੰਦੇ ਤੇ ਬਖਸ਼ਿਸ਼ ਕਰ ਦਿੰਦੇ। ਸਤਿਗੁਰਾਂ ਦੀ ਸੰਗਤ ਬੈਠੀ ਹੈ, ਨਮਸਕਾਰਾਂ ਕਰਦੀ ਪਈ ਹੈ। ਇੱਕ ਵਿਦਵਾਨ ਮਹਾਰਾਜ ਜੀਆਂ ਦੇ ਕੋਲ ਆ ਕੇ ਕਹਿਣ ਲੱਗਾ, ਮਹਾਰਾਜ ਵਿੱਦਿਆ ਤੇ ਬਹੁਤੀ ਪੜ੍ਹੀ ਹੈ ਪਰ ਕੋਈ ਸੁਣਨ ਵਾਸਤੇ ਤਿਆਰ ਨਹੀਂ ਹੈ। ਵਿੱਦਿਆ ਪੜ੍ਹਨੀ ਇੱਕ ਅਲੱਗਾ ਗੱਲ ਹੈ, ਉਸ ਵਿੱਦਿਆ ਨੂੰ ਪੜ੍ਹ ਕੇ ਸੰਗਤ ਦੇ ਵਿੱਚ ਰੱਖਣਾ, ਵਿਚਾਰ ਪੇਸ਼ ਕਰਨਾ, ਉਹ ਇੱਕ ਅਲੱਗਾ ਗੁਣ ਹੈ। ਕਿੰਨਾ ਜ਼ੁਬਾਨ ਵਿੱਚ ਰਸ ਹੈ ਤਾਂ ਕਿ ਉਸ ਰਸ ਦੇ ਮੁਤਾਬਕ ਸੰਗਤ ਬੈਠੀ ਰਵੇ ਤੇ ਸੁਣਦੀ ਰਵੇ।
ਤੇ ਸਮਝਾਉਣ ਦਾ ਤਰੀਕਾ ਕੀ ਹੈ ਜਿਹੜਾ ਸਮਝ ਵਿੱਚ ਪੈਂਦਾ ਰਵੇ ਬਚਨ। ਵੈਸੇ ਤੇ ਵਿਦਵਾਨਾਂ ਨੇ 14 ਗੁਣ ਲਿਖੇ ਨੇ ਕਥਾ ਕੀਰਤਨ ਸਰਵਨ ਕਰਨ ਵਾਲੇ ਦੇ, ਤੇ 14 ਹੀ ਗੁਣ ਲਿਖੇ ਨੇ ਕਥਾ ਕੀਰਤਨ ਕਰਨ ਵਾਲੇ ਦੇ। ਸੁਣਾਉਣ ਵਾਲਾ ਵੀ ਉਹ 14 ਗੁਣਾਂ ਦਾ ਧਾਰਨੀ ਹੋਵੇ ਤੇ ਸੁਣਨ ਵਾਲਾ ਵੀ। ਬੇਨਤੀ ਕਰਦਾ ਮਹਾਰਾਜ ਗ੍ਰੰਥ ਤੇ ਬੜੇ ਪੜ੍ਹ ਲੈ ਪਰ ਸੁਣਦਾ ਕੋਈ ਨਹੀਂ ਹੈ। ਆਪ ਜੀ ਹੁਕਮ ਕਰੋ ਤੁਹਾਡੇ ਦਰਬਾਰ ਵਿੱਚ ਆ ਕੇ ਬੈਠਾ, ਇੱਥੇ ਆ ਕੇ ਸੰਗਤ ਨੂੰ ਸ਼ਾਸਤਰਾਂ ਦਾ ਬਚਨ ਸੁਣਾਵਾਂ। ਤੇ ਮਹਾਰਾਜ ਦੀ ਸੰਗਤ ਗੁਰਮੁਖੋ ਕਾਮ ਧੇਨ ਗਊ ਹੈ। ਜਿਹੜੀ ਭਾਵਨਾ ਲੈ ਕੇ ਆਉਂਦਾ ਨਾ ਮਹਾਰਾਜ ਉਹਦੀ ਭਾਵਨਾ ਪੂਰੀ ਕਰ ਦਿੰਦੇ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਧਿਨ। ਐਸੇ ਨੇ ਸਤਿਗੁਰੂ। ਮਹਾਰਾਜ ਕਹਿਣ ਲੱਗੇ ਠੀਕ ਹੈ। ਕੋਈ ਦਿਨ ਕਰਦਾ ਰਿਹਾ, ਫਿਰ ਕਿਸੇ ਨੇ ਚੁੱਕਣਾ ਦੇ ਦਿੱਤੀ। ਕਹਿਣ ਲੱਗੇ ਵੀ ਤੂੰ ਏਡੇ ਏਡੇ ਸੋਹਣੇ ਬਚਨ ਕਰਦਾ ਸ਼ਾਸਤਰਾਂ 'ਚੋਂ ਪੜ੍ਹ ਕੇ, ਗ੍ਰੰਥਾਂ 'ਚੋਂ ਪੜ੍ਹ ਕੇ, ਪਰ ਨਮਸਕਾਰ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਹੁੰਦੀ ਹੈ, ਤੈਨੂੰ ਨਹੀਂ ਹੋ ਰਹੀ ਹੈ। ਤੇ ਜਦੋਂ ਇਹ ਕੀੜਾ ਮਨ ਵਿੱਚ ਪੈਦਾ ਹੋਇਆ ਨਾ ਹਉਮੈ ਦਾ ਵੀ ਮੈਨੂੰ ਹੀ ਹੁਣ ਨਮਸਕਾਰਾਂ ਹੋਣ, ਮੇਰੀ ਪੂਜਾ ਹੋਵੇ, ਤੇ ਫਿਰ ਇਸ ਨੇ ਆਉਣਾ ਬੰਦ ਕੀਤਾ। ਮੈਂ ਨਹੀਂ ਅੱਜ ਤੋਂ ਬਾਅਦ ਤੁਹਾਨੂੰ ਬਚਨ ਸੁਣਾਵਾਂਗਾ ਸ਼ਾਸਤਰਾਂ ਦਾ। ਸੰਗਤਾਂ ਨੇ ਫਿਰ ਬਾਬਾ ਬੁੱਢਾ ਸਾਹਿਬ ਜੀ ਦੇ ਸਮੇਤ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਅੱਜ ਆਪ ਜੀ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ, ਤੁਹਾਡੇ ਹੁੰਦਿਆਂ ਮਹਾਰਾਜ ਇਹ ਕੁਝ ਲੋਕ ਕਰਦੇ ਨੇ, ਤੇ ਜਦੋਂ ਤੁਸੀਂ ਜੋਤੀ ਜੋਤ ਸਮਾ ਜਾਣਾ, ਸਰੀਰ ਛੱਡ ਜਾਣਾ, ਮੁੜ ਕੇ ਸੰਗਤਾਂ ਦਾ ਫਿਰ ਇਹੋ ਹਾਲ ਰਹਿ ਜਾਣਾ। ਆਪ ਜੀ ਕਿਰਪਾ ਕਰ ਦਿਓ, ਕੋਈ ਬਾਣੀ ਇਹੋ ਜਿਹੀ ਉਚਾਰਨ ਕਰੋ ਜਿਹੜੀ ਬੜੀ ਸੌਖੀ ਹੋਵੇ, ਤੇ ਅਸੀਂ ਘਰੇ ਬੈਠੇ ਹੀ ਉਹ ਬਾਣੀ ਪੜ੍ਹ ਲਈਏ, ਸਾਨੂੰ ਪਤਾ ਲੱਗ ਜਾਵੇ ਵੀ ਸਾਡੇ ਗੁਰੂ ਦਾ ਕੀ ਫਰਮਾਨ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਸੁਣ ਕੇ ਸੰਗਤਾਂ ਸਿੱਖਾਂ ਦਾ ਬਚਨ, ਤੇ ਫਿਰ ਪਾਤਸ਼ਾਹ ਜੀਆਂ ਨੇ ਨਾ ਅੰਮ੍ਰਿਤਸਰ ਦੀ ਪਵਿੱਤਰ ਧਰਤੀ 'ਤੇ ਆਪਾਂ ਹਰ ਰੋਜ਼ ਅੰਮ੍ਰਿਤ ਵੇਲੇ ਸ੍ਰੀ ਮੁਖ ਵਾਕ ਦੀ ਕਥਾ ਸਰਵਨ ਕਰਦੇ ਹਾਂ। ਮੰਜੀ ਹਾਲ ਦੀਵਾਨ ਹਾਲ ਤੋਂ ਅੰਮ੍ਰਿਤਸਰ ਤੋਂ ਲਾਈਵ ਉਹਦੇ ਬਾਰ-ਬਾਰ ਸੰਗਮਰਮਰ ਦੀ ਪਾਲਕੀ ਅੱਜ ਵੀ ਬਣੀ ਹੋਈ ਹੈ। ਜਦੋਂ ਤੁਸੀਂ ਜਾਂਦੇ ਹੋ ਨਾ ਜੋੜਾ ਘਰ ਵਾਲੇ ਪਾਸੇ ਅੰਦਰ ਨੂੰ, ਜਿੱਥੇ ਆਪਾਂ ਜਾ ਕੇ ਆਪਣੇ ਪੈਰ ਧੋਂਦੇ ਆ ਚਰਨ ਗੰਗਾ ਦੇ ਵਿੱਚ, ਉੱਥੇ ਨੇੜੇ ਉਹ ਪਾਲਕੀ ਸੁਸ਼ੋਭਿਤ ਹੈ। ਉਹਦੇ ਉੱਪਰ ਇਤਿਹਾਸ ਲਿਖਿਆ ਹੋਇਆ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਇੱਥੇ ਬੈਠੇ ਸਨ ਜਦੋਂ ਉਹਨਾਂ ਨੇ ਇਹ ਬਾਣੀ ਬਖਸ਼ੀ ਹੈ। ਤੇ ਮਹਾਰਾਜ ਨੇ ਵਰ ਵੀ ਬਖਸ਼ਿਆ, ਕਹਿਣ ਲੱਗੇ ਜਿਹੜਾ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਇਸ ਬਾਣੀ ਨੂੰ ਪੜ੍ਹੇਗਾ ਨਾ, ਤੇ ਉਹਨੂੰ ਬਖਸ਼ਿਸ਼ਾਂ ਦੀ ਦਾਤ ਪ੍ਰਾਪਤ ਹੋਵੇਗੀ। ਮੱਘਰ ਦਾ ਮਹੀਨਾ ਸਾਨੂੰ ਅੱਜ ਪ੍ਰਾਪਤ ਹੋਇਆ, ਤੇ ਸਤਿਗੁਰੂ ਫਰਮਾਉਂਦੇ ਹਨ ਮੰਗਰ ਮਾਹੇ ਸੁਹੰਦਿਆਂ। ਮੱਘਰ ਦੇ ਮਹੀਨੇ ਵਿੱਚ ਜੀਵ ਰੂਪ ਇਸਤਰੀਆਂ ਸ਼ੋਭਾ ਉਹ ਪਾਉਣਗੀਆਂ। ਕੌਣ ਸ਼ੋਭਾ ਪਾਉਣਗੀਆਂ? ਮਹਾਰਾਜ ਬਖਸ਼ਦੇ ਹਨ। ਹਰ ਪਿਰ ਸੰਗ ਬੈਠੜੀਆਂ, ਜਿਹੜੀਆਂ ਪਤੀ ਪਰਮਾਤਮਾ ਦੀ ਸੰਗਤ ਵਿੱਚ ਬੈਠੀਆਂ ਨੇ। ਪਰਮਾਤਮਾ ਵੀ ਤੇ ਗੁਰਮੁਖੋ ਪਤੀ ਹੈ ਨਾ, ਤੇ ਜਿਹੜਾ ਉਸ ਪਤੀ ਨੂੰ ਪਰਮਾਤਮਾ ਨੂੰ ਪਤੀ ਮੰਨ ਕੇ ਉਹਦੀ ਸੰਗਤ ਵਿੱਚ ਬੈਠਦਾ ਹੈ। ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਜਿਹੜਾ ਇਸ ਤਰ੍ਹਾਂ ਉਹਦੇ ਦਰ ਦਾ ਬਣ ਜਾਂਦਾ ਨਾ, ਉਹਦੀ ਇੱਜ਼ਤ ਰਹਿ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਕਹਿਣ ਲੱਗੇ, ਦੇਵਾ ਪਾਹਣ ਤਾਰੀਅਲੇ ਰਾਮ ਕਹਿਤ ਜਨ ਕਸ ਨਾ ਤਰੇ। ਦੇਵਾ ਨਾਮ ਦਾ ਗੁਰਮੁਖੋ ਇੱਕ ਬ੍ਰਾਹਮਣ ਹੋਇਆ, ਮੰਦਰ ਦੇ ਵਿੱਚ ਪੂਜਾ ਕਰਦਾ, ਪੁਜਾਰੀ ਹੈ ਕਿਸੇ ਮੰਦਰ ਦਾ। ਤੇ ਗੁਰਮੁਖੋ ਇਸ ਮੰਦਰ ਦੇ ਵਿੱਚ ਨਾ ਰਾਜੇ ਦੇ ਵੱਲੋਂ ਫੁੱਲਾਂ ਦੀ ਮਾਲਾ ਭੇਟ ਹੁੰਦੀ ਹੈ। ਰਾਜੇ ਦੇ ਮਹਿਲਾਂ ਵਿੱਚੋਂ ਫੁੱਲਾਂ ਦੀ ਮਾਲਾ ਬਣ ਕੇ ਉਹ ਮੰਦਰ ਦੇ ਵਿੱਚ ਆ ਕੇ ਚੜ੍ਹਦੀ ਹੈ, ਤੇ ਮੂਰਤੀ ਦੇ ਗਲ, ਜਿਹੜੀ ਮੂਰਤੀ ਹੈ ਨਾ ਭਗਵਾਨ ਦੀ, ਉਹਦੇ ਗਲ ਲਿਆ ਕੇ ਉਹ ਮਾਲਾ ਪਾਈ ਜਾਂਦੀ ਹੈ। ਤੇ ਜਦੋਂ ਰਾਜਾ ਆਉਂਦਾ ਨਾ, ਤੇ ਫਿਰ ਉਹ ਮਾਲਾ ਮੂਰਤੀ ਦੇ ਗਲੋਂ ਲਾਹ ਕੇ ਤੇ ਰਾਜੇ ਦੇ ਗਲ ਵਿੱਚ ਪਾਈ ਜਾਂਦੀ ਹੈ ਉਹਦਾ ਸਵਾਗਤ ਕਰਨ ਵਾਸਤੇ। ਤੇ ਇਸੇ ਤਰ੍ਹਾਂ ਰੋਜ਼ ਚੱਲਦਾ। ਇੱਕ ਦਿਨ ਕੀ ਹੋਇਆ, ਰਾਜੇ ਦੇ ਘਰੋਂ ਸੁਨੇਹਾ ਆ ਗਿਆ ਵੀ ਅੱਜ ਰਾਜਾ ਆਪ ਨਹੀਂ ਆ ਰਿਹਾ, ਫੁੱਲਾਂ ਦੀ ਮਾਲਾ ਉਹਦੇ ਘਰੋਂ ਆ ਗਈ ਹੈ। ਤੇ ਪੁਜਾਰੀ ਨੂੰ ਹੁਕਮ ਆਇਆ ਵੀ ਇਹ ਮਾਲਾ ਜਿਹੜੀ ਹੈ ਨਾ ਸਾਡੀ ਠਾਕੁਰ ਦੇ ਗਲ ਦੇ ਵਿੱਚ ਪਹਿਨਾ ਦਿੱਤੀ ਜਾਵੇ ਸਾਡੇ ਵੱਲੋਂ। ਤੇ ਪੁਜਾਰੀ ਨੇ ਇਸੇ ਤਰ੍ਹਾਂ ਕੀਤਾ, ਫੁੱਲਾਂ ਦੀ ਮਾਲਾ ਆਈ, ਮੂਰਤੀ ਦੇ ਗਲ ਪਾ ਦਿੱਤੀ। ਤੇ ਥੋੜ੍ਹਾ ਸਮਾਂ ਉਡੀਕਿਆ। ਜਦੋਂ ਪੁਜਾਰੀ ਨੂੰ ਪਤਾ ਲੱਗ ਗਿਆ ਵੀ ਹੁਣ ਰਾਜੇ ਨੇ ਨਹੀਂ ਆਉਣਾ, ਉਹਨੇ ਕੀ ਕੀਤਾ ਵੀ ਫੁੱਲਾਂ ਦੀ ਮਾਲਾ ਚੁੱਕ ਕੇ ਆਪਣੇ ਗਲ ਪਾ ਲਈ। ਉਹਦਾ ਮਨ ਕੀਤਾ ਵੀ ਮੈਂ ਗਲ ਵਿੱਚ ਪਾ ਲਵਾਂ, ਰਾਜਾ ਤੇ ਰੋਜ਼ ਹੀ ਪਾਉਂਦਾ, ਅੱਜ ਮੈਂ ਪਾਵਾਂ।
ਅਜੇ ਫੁੱਲਾਂ ਦੀ ਮਾਲਾ ਆਪਣੇ ਗਲ ਵਿੱਚ ਪਾਈ ਹੈ, ਇੰਨੇ ਚਿਰ ਨੂੰ ਬਾਹਰੋਂ ਸ਼ੋਰ ਸ਼ਰਾਬਾ ਸ਼ੁਰੂ ਹੋਇਆ। ਤੇ ਜਦੋਂ ਵੇਖਿਆ ਨਾ ਮੰਦਰ ਦੇ ਦਰਵਾਜ਼ੇ ਵਿੱਚੋਂ ਬਾਹਰ ਦੀ ਪੁਜਾਰੀ ਨੇ, ਤੇ ਰਾਜਾ ਤੁਰਿਆ ਆਵੇ ਆਪਣੀ ਫੌਜ ਦੇ ਨਾਲ। ਤੇ ਪੁਜਾਰੀ ਡਰ ਗਿਆ ਵੀ ਰਾਜੇ ਦਾ ਪਹਿਲਾਂ ਤੇ ਸੁਨੇਹਾ ਆਇਆ ਵੀ ਆਉਣਾ ਨਹੀਂ, ਅੱਜ ਇਹ ਆ ਗਿਆ ਫੁੱਲਾਂ ਦੀ ਮਾਲਾ ਤੇ ਮੈਂ ਗਲ ਪਾਈ ਬੈਠਾ। ਤੇ ਪੁਜਾਰੀ ਨੇ ਛੇਤੀ ਦੇ ਨਾਲ ਉਹ ਫੁੱਲਾਂ ਦੀ ਮਾਲਾ ਜਦੋਂ ਗਲੋਂ ਲਾਹੀ ਨਾ, ਤੇ ਉਹ ਦਾੜੀ ਦਾ ਇੱਕ ਵਾਲ ਉਹਦੇ ਫੁੱਲਾਂ ਦੇ ਵਿੱਚ ਹਾਰ ਦੇ ਨਾਲ ਇੱਕ ਵਾਲ ਪਟਿਆ ਗਿਆ ਦਾੜੀ ਵਿੱਚ। ਪਰ ਡਰ ਹੈ ਨਾ ਵੀ ਰਾਜਾ ਸਜ਼ਾ ਦੇਵੇਗਾ, ਆਪਣੇ ਕੋਲੋਂ ਲਾਹੀ ਤੇ ਉਹਨੇ ਮੂਰਤੀ ਦੇ ਗਲ ਫਿਰ ਪਾ ਦਿੱਤੀ। ਰਾਜਾ ਮੰਦਰ ਦੇ ਅੰਦਰ ਆਇਆ, ਨਮਸਕਾਰ ਕੀਤੀ, ਜੋ ਉਹਨੇ ਪੂਜਾ ਵਗੈਰਾ ਕਰਨੀ ਕੀਤੀ ਹੈ। ਪੁਜਾਰੀ ਨੇ ਅੱਗੇ ਵਾਂਗ ਹੀ ਅੱਜ ਫਿਰ ਉਹ ਮਾਲਾ ਦੁਬਾਰਾ ਲਾਹੀ ਮੂਰਤੀ ਦੇ ਗਲੋਂ ਤੇ ਰਾਜੇ ਦੇ ਗਲ ਪਾ ਦਿੱਤੀ। ਰਾਜੇ ਬੜੇ ਚਲਾਕ ਹੁੰਦੇ, ਰਾਜਨੀਤੀ ਪੜ੍ਹੇ ਹੁੰਦੇ ਨੇ ਨਾ, ਦੇਖ ਲੈਂਦੇ ਨੇ, ਹਿਸਾਬ ਲੱਗ ਜਾਂਦਾ ਹੈ ਨਾ। ਰਾਜੇ ਨੇ ਚੰਗੀ ਤਰ੍ਹਾਂ ਮਾਲਾ ਵੱਲ ਵੇਖਿਆ ਤੇ ਉਹਨੇ ਵੇਖ ਲਿਆ ਵੀ ਇਹਦੇ ਵਿੱਚ ਇੱਕ ਚਿੱਟਾ ਵਾਲ ਹੈ, ਤੇ ਜਿਹੜੀ ਮੂਰਤੀ ਹੈ ਇਹਦੇ ਤੇ ਵਾਲ ਹੈ ਨਹੀਂ। ਇਹ ਵਾਲ ਆਇਆ ਕਿੱਥੋਂ ਹੈ? ਸਮਝ ਗਿਆ ਵੀ ਇਹ ਵਾਲ ਤੇ ਪੰਡਤ ਦੀ ਦਾੜੀ ਦਾ ਹੋ ਸਕਦਾ, ਵੀ ਇਹਨੇ ਗਲ ਵਿੱਚ ਪਾਈ ਹੋਣੀ ਹੈ। ਪਰ ਸਿੱਧਾ ਤੇ ਉਹਨੇ ਕੁਝ ਨਹੀਂ ਕਿਹਾ। ਉਹਨੇ ਪੁੱਛਿਆ, ਕਹਿਣ ਲੱਗਾ ਪੰਡਤ ਜੀ ਇਹ ਵਾਲ ਕਿੱਥੋਂ ਆਇਆ? ਤੇ ਪੰਡਤ ਜੀ ਹੁਣ ਦੱਸ ਦੇਵੇ ਵੀ ਮੈਂ ਇਹ ਕੰਮ ਕੀਤਾ ਤੇ ਸਜ਼ਾ ਮਿਲੇਗੀ ਨਾ। ਹੁਣ ਆਪਣੀ ਗਲਤੀ ਨੂੰ ਛੁਪਾਉਣ ਵਾਸਤੇ ਕਹਿਣ ਲੱਗਾ ਜੀ ਇਹ ਮੂਰਤੀ ਦੇ ਗਲੋਂ ਮੈਂ ਉਤਾਰੀ ਹੈ, ਤੇ ਇਹ ਮੂਰਤੀ ਦਾ ਹੀ ਵਾਲ ਹੈ, ਤੇ ਇਹ ਵਾਲ ਉਦੋਂ ਆ ਗਿਆ ਸੀ ਜਦੋਂ ਮੈਂ ਹਾਰ ਪਾਇਆ ਹੈ, ਤੇ ਇਸ ਕਰਕੇ ਇਹ ਮੂਰਤੀ ਦਾ ਭਗਵਾਨ ਦਾ ਜਿਹਦੀ ਵੀ ਤੁਸੀਂ ਪੂਜਾ ਕਰਦੇ ਹੋ ਨਾ, ਜਿਹਦੀ ਮੂਰਤੀ ਇਹ ਵਾਲ ਉਹਦਾ ਹੀ ਹੈ। ਜਦੋਂ ਮੈਂ ਪੂਜਾ ਕਰਦਾ ਨਾ ਉਦੋਂ ਉਹ ਦਾੜਾ ਬਣ ਜਾਂਦਾ, ਭਗਵਾਨ ਜੀ ਪ੍ਰਤਾਖੀ ਪ੍ਰਗਟ ਹੋ ਜਾਂਦੇ, ਤੇ ਇਹ ਸਭ ਕੁਝ ਤਾਂ ਹੋਇਆ। ਹੁਣ ਰਾਜੇ ਨੂੰ ਪਤਾ ਵੀ ਇਹ ਝੂਠ ਬੋਲਦਾ ਪਿਆ, ਤੇ ਰਾਜੇ ਨੇ ਕਿਹਾ ਕੋਈ ਗੱਲ ਨਹੀਂ। ਕਹਿਣ ਲੱਗਾ ਵੀ ਕੱਲ੍ਹ ਨੂੰ ਮੈਂ ਅੱਜ ਨਾਲੋਂ ਵੀ ਘੰਟਾ ਪਹਿਲਾਂ ਆਵਾਂਗਾ, ਤੂੰ ਮੇਰੇ ਸਾਹਮਣੇ ਪੂਜਾ ਕਰੀ, ਮੈਂ ਵੇਖਾਂਗਾ ਵੀ ਵਾਕਿਆ ਹੀ ਵੀ ਮੂਰਤੀ ਨੂੰ ਉਸੇ ਤਰ੍ਹਾਂ ਜਿਵੇਂ ਤੂੰ ਕਹਿੰਦਾ ਵੀ ਹੁੰਦਾ, ਦਾੜਾ ਆਉਂਦਾ, ਤੇ ਇਸੇ ਤਰ੍ਹਾਂ ਹੀ ਸਭ ਕੁਝ ਹੁੰਦਾ। ਜੇ ਨਾ ਹੋਵੇਗਾ ਤੇ ਫਿਰ ਮੈਂ ਕੋਈ ਨਾ ਕੋਈ ਸਜ਼ਾ ਦੇਵਾਂਗਾ। ਹੁਣ ਰਾਜਾ ਤੇ ਇੰਨੀ ਗੱਲ ਕਹਿ ਕੇ ਚਲਾ ਗਿਆ, ਤੇ ਪੰਡਤ ਜੀ ਨੂੰ ਅੱਜ ਫਿਰ ਘਰ ਜਾਣ ਦਾ ਚੇਤਾ ਭੁੱਲ ਗਿਆ। ਦਰਵਾਜ਼ੇ ਕਰ ਲੈ ਮੰਦਰ ਦੇ ਬੰਦ, ਤੇ ਅੰਦਰ ਹੀ ਬਹਿ ਗਿਆ। ਮੂਰਤੀ ਦੇ ਕੋਲ ਬੈਠ ਕੇ ਫਿਰ ਇਹਨੇ ਡੰਡੌਤਾਂ ਸ਼ੁਰੂ ਕਰ ਦਿੱਤੀਆਂ, ਮਿੰਨਤਾਂ ਸ਼ੁਰੂ ਕਰ ਦਿੱਤੀਆਂ, ਤਰਲੇ ਪਾਏ, ਤੇ ਅੱਖਾਂ ਵਿੱਚੋਂ ਹੰਝੂ ਵਗਦੇ ਪਏ। ਵਾਰ-ਵਾਰ ਕਹਿਣ ਲੱਗਾ ਵੀ ਭਗਵਾਨ ਜੀ ਗਲਤੀ ਮੈਨੂੰ ਮਾफ़ ਕਰ ਦਿਓ, ਤੇ ਜੋ ਮੈਂ ਕਹਿ ਬੈਠਾ ਆ ਨਾ ਹੁਣ ਸੱਚ ਕਰਕੇ ਵਿਖਾਓ, ਤੇ ਤਾਂ ਮੇਰੀ ਜਾਨ ਬਚੇਗੀ ਔਰ ਮੇਰੀ ਇੱਜ਼ਤ ਵੀ ਤਾਂ ਬਚੇਗੀ। ਸਾਰਾ ਦਿਨ ਡੰਡੌਤਾਂ ਕਰਦਾ ਰਿਹਾ, ਸਾਰਾ ਦਿਨ ਮੰਤਰ ਪੜ੍ਹਦਾ ਰਿਹਾ, ਸਾਰਾ ਦਿਨ ਤਰਲੇ ਕਰਦਾ ਰਿਹਾ। ਰਾਤ ਪੈ ਗਈ, ਰਾਤ ਵੀ ਘਰੇ ਨਹੀਂ ਗਿਆ, ਮੰਦਰ ਦੇ ਅੰਦਰ ਹੀ ਬੈਠਾ ਪ੍ਰਾਰਥਨਾਵਾਂ ਕਰੇ ਵੀ ਮੇਰੀ ਅੱਜ ਇੱਜ਼ਤ ਤੁਹਾਡੇ ਹੱਥ ਵਿੱਚ ਹੈ। ਕਹਿਣ ਲੱਗੇ ਅਗਲਾ ਦਿਨ ਹੋਇਆ ਨਾ, ਤੇ ਰਾਜਾ ਆਇਆ ਆਪਣੇ ਸਮੇਂ ਮੁਤਾਬਕ, ਤੇ ਇਹ ਸਾਰੀ ਰਾਤ ਮੂਰਤੀ ਦੇ ਚਰਨਾਂ ਦੇ ਵਿੱਚ ਸਿਰ ਰੱਖ ਕੇ ਪੰਡਤ ਬੈਠਾ ਤੇ ਮਿੰਨਤਾਂ ਕਰ ਕਰਕੇ ਰਾਤ ਕੱਢੀ ਹੈ। ਦਿਨ ਚੜ੍ਹਿਆ, ਰਾਜਾ ਮੰਦਰ ਵਿੱਚ ਪਹੁੰਚਿਆ, ਉਸੇ ਤਰ੍ਹਾਂ ਫੁੱਲਾਂ ਦੀ ਮਾਲਾ ਭੇਟ ਹੋਈ, ਫਿਰ ਰਾਜੇ ਦੇ ਗਲ ਪਾਈ। ਤੇ ਰਾਜਾ ਵੇਖਣ ਵਾਸਤੇ ਨਾ ਮੂਰਤੀ ਦੇ ਨੇੜੇ ਹੋਇਆ ਵੀ ਕਿਤੇ ਪੰਡਤ ਨੇ ਨਕਲੀ ਵਾਲ ਤੇ ਨਹੀਂ ਲਾ ਦਿੱਤੇ। ਵੀ ਰਾਜੇ ਨੇ ਦੂਰੋਂ ਹੀ ਵੇਖਣਾ, ਨੇੜੇ ਹੋ ਕੇ ਥੋੜ੍ਹੀ ਵੇਖਣਾ, ਕਿਤੇ ਨਕਲੀ ਵਾਲ ਨਾ ਲਾ ਦਿੱਤੇ। ਹੁਣ ਮੈਂ ਪਰਖ ਤੇ ਕਰਾਂ ਵੀ ਇਹਨੇ ਸੱਚ ਬੋਲਿਆ ਕਿ ਝੂਠ ਬੋਲਿਆ। ਜਦੋਂ ਰਾਜਾ ਕੋਲ ਹੋ ਕੇ ਮੂਰਤੀ ਦੇ ਉਹਨੇ ਵਾਲਾਂ ਨੂੰ ਟੋਹ ਕੇ ਵੇਖਿਆ ਨਾ, ਲੱਗਦੇ ਤੇ ਅਸਲੀ ਪਏ ਨੇ, ਪਰ ਹੁਣ ਹੋਰ ਪਰਖ ਕਰ ਲਵਾਂ, ਪੱਟ ਕੇ ਵੀ ਵੇਖ ਲਵਾਂ ਵੀ ਅਸਲੀ ਨੇ ਕਿ ਕਿਸੇ ਚੀਜ਼ ਨਾਲ ਚਿਪਕਾਏ ਗਏ ਨੇ। ਜਦੋਂ ਰਾਜੇ ਨੇ ਇੱਕ ਵਾਲ ਖਿੱਚ ਕੇ ਪੱਟਿਆ ਨਾ, ਤੇ ਕਹਿਣ ਲੱਗੇ ਜਿੱਥੋਂ ਵਾਲ ਮੂਰਤੀ ਦਾ ਪੱਟਿਆ ਉੱਥੋਂ ਲਹੂ ਨਿਕਲਣ ਲੱਗ ਪਿਆ। ਭਗਵਾਨ ਜੀ ਪ੍ਰਤੱਖ ਉੱਥੇ ਪ੍ਰਗਟ ਹੋ ਗਿਆ ਉਸ ਪੰਡਤ ਦੀ ਇੱਜ਼ਤ ਰੱਖਣ ਵਾਸਤੇ। ਤੇ ਜਦੋਂ ਲਹੂ ਵਗਿਆ ਨਾ, ਤੇ ਫਿਰ ਉਸ ਵੇਲੇ ਰਾਜਾ ਭੱਜ ਕੇ ਮੂਰਤੀ ਦੇ ਚਰਨੀ ਪੈ ਗਿਆ। ਤੇ ਰਾਜੇ ਨੇ ਉੱਥੇ ਭਗਵਾਨ ਤੋਂ ਵੀ ਜਿੱਥੇ ਮਾफ़ੀ ਮੰਗੀ, ਉੱਥੇ ਪੰਡਤ ਤੋਂ ਵੀ ਮੰਗੀ। ਕਹਿਣ ਲੱਗਾ ਮੈਂ ਸ਼ੱਕ ਕਰ ਬੈਠਾ, ਮੇਰੇ ਤੋਂ ਗਲਤੀ ਹੋ ਗਈ ਹੈ। ਤੇ ਭਗਤਾਂ ਨੇ ਉਹ ਬਚਨ ਲਿਖਿਆ, ਕਹਿਣ ਲੱਗੇ ਦੇਵਾ ਪਾਹਣ ਤਾਰੀਅਲੇ। ਲੋਕੀ ਆਖਦੇ ਪੱਥਰ ਨਾਲ ਵਿਅਕਤੀ ਨਹੀਂ ਤਰਦੇ, ਪਰ ਇਹ ਦੇਵਾ ਪਰਮਾਤਮਾ ਤੇਰੀ ਮੂਰਤੀ ਨੇ ਉਸ ਦੇਵਾ ਨਾਮ ਦੇ ਪੰਡਤ ਨੂੰ ਉਤਾਰ ਦਿੱਤਾ। ਮੂਰਤੀ ਨੂੰ ਸੱਚੀ ਮੁੱਚੀ ਦਾੜਾ ਉਤਰਿਆ, ਤੇ ਉਹਦੇ ਦਾੜੇ ਦੇ ਕੇਸਾਂ ਦੇ ਵਿੱਚੋਂ ਵਾਕਿਆ ਹੀ ਖੂਨ ਨਿਕਲਿਆ ਹੈ। ਜਿਵੇਂ ਜਿਉਂਦੇ ਜਾਗਦੇ ਮਨੁੱਖ ਦਾ ਦਾੜਾ ਪੱਟੀਏ, ਕੇਸ ਪੱਟੀਏ ਤੇ ਲਹੂ ਨਿਕਲ ਆਉਂਦਾ। ਦੇਵਾ ਪਾਹਣ ਤਾਰੀਅਲੇ ਰਾਮ ਕਹਿਤ ਜਨ ਕਸ ਨਾ ਤਰੇ।
ਜਿਹੜੇ ਰਾਮ 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 ਕਰਨਗੇ, ਵਾਹਿਗੁਰੂ ਵਾਹਿਗੁਰੂ ਕਹਿਣਗੇ, ਉਹ ਕਿਵੇਂ ਨਹੀਂ ਤਰਨਗੇ, ਜ਼ਰੂਰ ਬਾਰ ਜ਼ਰੂਰ ਤਾਰੀ ਜਾਣਗੇ। ਇਹ ਪੂਰੀ ਦੀ ਪੂਰੀ ਗਰੰਟੀ ਹੈ, ਪੂਰੇ ਦਾ ਪੂਰਾ ਭਰੋਸਾ ਹੈ। ਰਾਮ ਕਹਿਣ ਵਾਲੇ ਜ਼ਰੂਰ ਤਰ ਜਾਣਗੇ, ਤੇ ਤਰਨਗੇ ਉਹ ਜਿਨ੍ਹਾਂ ਨੇ ਤੇਰਾ ਦਰ ਮੱਲਿਆ ਹੋਇਆ। ਜਿਵੇਂ ਉਸ ਪੰਡਤ ਨੇ ਦਰ ਮੱਲਿਆ ਸੀ ਨਾ ਵੀ ਮੈਂ ਘਰੇ ਨਹੀਂ ਜਾਵਾਂਗਾ, ਤੇ ਮਹਾਰਾਜ ਕਹਿਣ ਲੱਗੇ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਮੈਂ ਵੀ ਤੇਰੇ ਦਰ ਦੇ ਉੱਪਰ ਆ ਕੇ ਬੈਠ ਗਿਆ। ਮੈਨੂੰ ਵੀ ਇੱਕ ਤੇਰਾ ਹੀ ਭਰੋਸਾ, ਤੇ ਕਿਰਪਾ ਕਰਕੇ ਸਾਨੂੰ ਵੀ ਤਾਰ ਦੇ, ਸਾਡੇ ਬਾਂਹ ਫੜਿਆਂ ਦੀ ਲਾਜ ਰੱਖ ਲਾ ਮਹਾਰਾਜ, ਇਹ ਸਾਡੇ ਤੇ ਕਿਰਪਾ ਕਰੋ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਮੰਗਿਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆ। ਮੱਘਰ ਦੇ ਮਹੀਨੇ ਵਿੱਚ ਜਿਹੜੀਆਂ ਜੀਵ ਇਸਤਰੀਆਂ ਪਰਮਾਤਮਾ ਦੇ ਸੰਗ ਬੈਠੀਆਂ ਨੇ ਆਪਣਾ ਪਤੀ ਜਾਣ ਕੇ, ਕਹਿਣ ਲੱਗੇ ਉਹ ਸੋਭਦੀਆਂ ਪਈਆਂ, ਸ਼ੋਭਨੀਕ ਨੇ, ਸ਼ੋਭਾ ਦੇ ਸਮੇਤ ਹੋ ਜਾਂਦੀਆਂ ਹਨ। ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆ। ਜਿਨ੍ਹਾਂ ਨੂੰ ਸਾਹਿਬ ਪਰਮਾਤਮਾ ਨੇ ਆਪਣੇ ਨਾਲ ਮੇਲ ਲਿਆ ਨਾ ਗੁਰਮੁਖੋ, ਉਹਨਾਂ ਦੀ ਸ਼ੋਭਾ ਵਰਣਨ ਨਹੀਂ ਕੀਤੀ ਜਾ ਸਕਦੀ ਹੈ, ਗਿਣੀ ਮਿਣੀ ਨਹੀਂ ਜਾ ਸਕਦੀ ਹੈ ਵੀ ਉਹਨਾਂ ਦੀ ਸ਼ੋਭਾ ਕਿੰਨੀ ਕੁ ਹੈ। ਪਰਮਾਤਮਾ ਨੂੰ ਜਿਹੜੇ ਮਿਲ ਗਏ ਨਾ, ਉਹ ਪਰਮਾਤਮਾ ਦਾ ਰੂਪ ਹੋ ਗਏ। ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋ ਕੁਸੁਧਾ ਕਾਲੀਆਂ, ਬਾਹਰ ਚਿਟਵੀਆਂ, ਤੇ ਰੀਸਾਂ ਕਰੇ ਤੇ ਨਾੜੀਆਂ, ਜੋ ਸੇਵਾ ਦਰ ਖੜੀਆਂ। ਰੱਬ ਦੇ ਜਿਹੜੇ ਪਿਆਰੇ ਨੇ ਨਾ ਭਗਤ, ਕਹਿਣ ਲੱਗੇ ਭਾਈ ਉਹਨਾਂ ਦੀ ਸ਼ੋਭਾ ਵਰਣਨ ਨਹੀਂ ਕੀਤੀ ਜਾ ਸਕਦੀ, ਦੱਸੀ ਨਹੀਂ ਜਾ ਸਕਦੀ ਹੈ। ਐਸੀ ਸ਼ੋਭਾ ਦੇ ਉਹ ਮਾਲਕ ਬਣ ਜਾਂਦੇ। ਤਿੰਨ ਕੀ ਸ਼ੋਭਾ ਕਿਆ ਗਣੀ, ਉਹਨਾਂ ਗੁਰਮੁਖਾਂ ਦੀ ਸ਼ੋਭਾ ਕੀ ਵਰਣਨ ਕਰਕੇ ਦਸੀਏ। ਜੇ ਸਾਹਿਬ ਮੇਲੜੀਆਂ, ਜਿਨ੍ਹਾਂ ਨੂੰ ਸਾਹਿਬ ਪ੍ਰਮਾਤਮਾ ਨੇ ਆਪਣੇ ਨਾਲ ਮੇਲ ਲਿਆ ਹੈ। ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜੀਆ। ਜਿਨ੍ਹਾਂ ਨੇ ਸਾਧੂਆਂ ਦੀ ਸੰਗਤ ਵਿੱਚ ਬੈਠਣਾ ਕੀਤਾ ਹੈ। ਸਾਧੂਆਂ ਦੀ ਸੰਗਤ ਇਹ ਗੁਰੂ ਕੀ ਸੰਗਤ ਹੈ, ਜਿਹਦੇ ਵਿੱਚ ਆ ਕੇ ਬੈਠੇ ਆ। ਜਿਹੜੇ ਗੁਰਮੁਖ ਇਸ ਸੰਗਤ ਵਿੱਚ ਆ ਕੇ ਬੈਠੇ ਨੇ, ਮਹਾਰਾਜ ਕਹਿਣ ਲੱਗੇ ਉਹਨਾਂ ਦਾ ਮਨ ਅਤੇ ਉਹਨਾਂ ਦਾ ਤਨ ਸਰੀਰ ਜਿਹੜਾ ਹੈ ਨਾ, ਮੌਲਿਆ ਕਹੀਏ ਰਾਮ ਦੇ ਨਾਲ ਮਿਲ ਜਾਂਦਾ। ਜਿਨ੍ਹਾਂ ਨੇ ਮਨ ਕਰਕੇ ਤਨ ਕਰਕੇ ਤੇਰੇ ਨਾਮ ਨੂੰ ਉਚਾਰਿਆ ਹੈ, ਉਹ ਮਨ ਕਰਕੇ ਤੇਰੇ ਨਾਲ ਮਿਲ ਗਏ, ਉਹ ਤਨ ਕਰਕੇ ਵੀ ਤੇਰੇ ਨਾਲ ਮਿਲ ਗਿਆ, ਤੇਰਾ ਰੂਪ ਹੀ ਹੋ ਗਿਆ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕੇਸ਼ ਨਾਹਿ। ਕੋਈ ਦੂਜੀ ਵਿਚਾਰ ਹੈ ਹੀ ਨਹੀਂ ਹੈ, ਉਹ ਤੇਰਾ ਰੂਪ ਹੋ ਗਏ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ, ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਐਸੇ ਉਹ ਗੁਣਾਂ ਵਾਲੇ ਜਿਹੜੇ ਗੁਰਮੁਖ ਨੇ, ਉਹ ਗੁਣਾਂ ਦੀ ਪ੍ਰਾਪਤੀ ਵਾਲੇ ਹੋ ਜਾਂਦੇ ਹਨ। ਸਾਧ ਜਨਾਂ ਤੇ ਬਾਹਰੀ ਸੇ ਰਹਿਨ ਇਕੇ ਲੜੀਆ। ਪਰ ਜਿਹੜੇ ਗੁਰਮੁਖੋ ਸਾਧੂਆਂ ਦੀ ਸੰਗਤ ਤੋਂ ਬਿਨਾਂ ਰਹਿ ਜਾਂਦੇ ਨਾ, ਇਕੱਲੇ ਰਹਿ ਜਾਂਦੇ, ਮੈਨੂੰ ਸੰਗਤ ਦੀ ਲੋੜ ਨਹੀਂ ਹੈ, ਮੈਂ ਗੁਰੂ ਘਰ ਕਿਉਂ ਜਾਵਾਂ, ਮੈਂ ਗੁਰਬਾਣੀ ਦਾ ਪਾਠ ਕਿਉਂ ਕਰਾਂ, ਮੈਂ ਵਾਹਿਗੁਰੂ ਮੰਤਰ ਦਾ ਜਾਪ ਕਿਉਂ ਕਰਾਂ, ਮੈਂ ਝਾੜੂ ਕਿਉਂ ਲਾਵਾਂ, ਮੈਂ ਸੇਵਾ ਕਿਉਂ ਕਰਾਂ। ਇਸ ਤਰ੍ਹਾਂ ਦੀ ਬਿਰਤੀ ਵਾਲੇ ਜਿਹੜੇ ਲੋਕ ਨੇ, ਮਹਾਰਾਜ ਕਹਿਣ ਲੱਗੇ ਜਿਉਂ ਬੁਆੜ ਤਿਲ ਖੇਤ ਮਾਹੇ ਦੋਹੇਲਾ। ਇਸ ਤਰ੍ਹਾਂ ਦੁਨੀਆ ਵਿੱਚ ਇਕੱਲੇ ਤੇ ਦੁਖੀ ਹੋ ਜਾਂਦਾ। ਜੈਸੇ ਨਾਉ ਬੂੜਤ ਸੈ ਜੋਈ ਨਿਕਸੈ ਸੋਈ ਭਲੋ। ਭਾਈ ਗੁਰਦਾਸ ਜੀ ਕਹਿਣ ਲੱਗੇ ਬੇੜੀ ਭਰੀ ਹੋਵੇ ਨਾ ਬੰਦਿਆਂ ਦੇ ਨਾਲ, ਤੇ ਬੇੜੀ ਜੇ ਪਾਣੀ ਵਿੱਚ ਡੁੱਬਦੀ ਹੋਵੇ ਨਾ, ਤੇ ਜਿਹੜਾ ਉਹਦੇ ਵਿੱਚੋਂ ਛਾਲ ਮਾਰ ਕੇ ਨਿਕਲ ਜਾਵੇ ਉਹੀ ਭਲਾ। ਤੇ ਜੇ ਡੁੱਬਦਾ ਬੰਦਾ ਇਹ ਇੰਤਜ਼ਾਰ ਕਰਦਾ ਰਹੇ ਵੀ ਦੂਜੀ ਬੇੜੀ ਆਵੇਗੀ, ਲੋਕ ਆਉਣਗੇ ਤੇ ਮੈਨੂੰ ਕੱਢਣਗੇ, ਤੇ ਫਿਰ ਤੇ ਡੁੱਬ ਹੀ ਜਾਏਗਾ ਨਾ। ਉੱਥੇ ਤੇ ਮੌਕਾ ਇਹ ਵੇਖਣਾ ਵੀ ਜਿੱਧਰ ਨੂੰ ਛਾਲ ਵੱਜਦੀ ਹੈ ਮੈਂ ਮਾਰਾਂ, ਜਿੱਧਰ ਨੂੰ ਹੱਥ ਪੈਰ ਵੱਜਦਾ ਮੈਂ ਮਾਰ ਕੇ ਨਿਕਲ ਜਾਵਾਂ। ਬੇੜੀ ਡੁੱਬਦੀ ਪਈ ਹੈ, ਪਰ ਡੁੱਬਦੀ ਬੇੜੀ ਵਿੱਚੋਂ ਜਿਹੜਾ ਹੱਥ ਪੈਰ ਮਾਰ ਕੇ ਨਿਕਲ ਗਿਆ ਭਾਈ, ਉਹ ਤੇ ਭਲਾ ਬਚ ਗਿਆ, ਜਾਨ ਬਚ ਗਈ ਹੈ। ਤੇ ਜਿਹੜਾ ਦੂਜੇ ਦੇ ਇੰਤਜ਼ਾਰ ਵਿੱਚ ਬੈਠਾ ਰਿਹਾ ਉਹਨੇ ਡੁੱਬ ਹੀ ਜਾਣਾ। ਕਹਿਣ ਲੱਗੇ ਡੁੱਬਦੀ ਬੇੜੀ ਵਿੱਚੋਂ ਜਿਹੜਾ ਨਿਕਲ ਗਿਆ ਉਹ ਭਲਾ ਹੈ। ਬੂੜ ਗਏ ਪਾਛੇ ਪਛਤਾਇਓ ਰਹਿ ਜਾਤ ਹੈ। ਜੇ ਪਾਣੀ ਵਿੱਚ ਡੁੱਬ ਗਏ ਤੇ ਬਾਅਦ ਵਿੱਚ ਪਛਤਾਵਾ ਹੀ ਰਹਿ ਜਾਣਾ, ਫਿਰ ਪਛਤਾਤਾਪ ਹੀ ਰਹਿ ਜਾਣਾ, ਫਿਰ ਕੋਈ ਫਾਇਦਾ ਨਹੀਂ ਹੋਣਾ, ਪਛਤਾਉਣ ਦਾ ਕੀ ਫਾਇਦਾ। ਤੇ ਭਾਈ ਸਾਹਿਬ ਜੀ ਕਹਿਣ ਲੱਗੇ ਜੈਸੇ ਘਰ ਲਾਗੇ ਆਗ ਜੋਈ ਬਚੈ ਸੋਈ ਭਲੋ।
ਮੰਨ ਲਓ ਘਰ ਨੂੰ ਅੱਗ ਲੱਗ ਗਈ ਹੈ, ਜੇ ਕੋਈ ਖਿੜਕੀ ਖੁੱਲ੍ਹੀ ਹੈ, ਕੋਈ ਦਰਵਾਜ਼ਾ ਖੁੱਲ੍ਹਾ ਹੈ ਤਾਂ ਛਾਲ ਮਾਰ ਕੇ ਪਹਿਲਾਂ ਜਾਨ ਬਚਾ। ਅਤੇ ਜੇ ਪਹਿਲਾਂ ਬਸਤਰ ਬੰਦਾ ਇਕੱਠੇ ਕਰਨ ਲੱਗ ਪਵੇ, ਮਾਇਆ ਸਾਂਭਣ ਲੱਗ ਪਵੇ, ਕੋਈ ਭਾਂਡਾ ਟੀਂਡਾ ਇਕੱਠਾ ਕਰਨ ਲੱਗ ਪਏ, ਪਹਿਲਾਂ ਇਹ ਕੱਢ ਲਵਾਂ ਤਾਂ ਫਿਰ ਤਾਂ ਆਪ ਸੜ ਗਿਆ ਨਾ। ਜੇ ਆਪ ਸੜ ਗਿਆ ਤਾਂ ਉਹ ਬਸਤਰ ਕੱਢਿਆਂ ਦਾ ਲਾਭ ਕੀ ਹੈ, ਅਤੇ ਭਾਂਡੇ ਤੇ ਉਹ ਨਗਦੀ ਧਨ ਕੱਢਿਆਂ ਦਾ ਲਾਭ ਤੇ ਕੋਈ ਨਾ ਹੋਇਆ। ਜੈਸੇ ਘਰ ਲਾਗੇ ਆਗ, ਘਰ ਨੂੰ ਅੱਗ ਲੱਗ ਗਈ ਹੈ, ਜੋਈ ਬਚੈ ਸੋਈ ਭਲੋ। ਜਿਹੜਾ ਛਾਲ ਮਾਰ ਕੇ ਨਿਕਲ ਗਿਆ ਭਾਈ ਉਹ ਭਲਾ ਹੈ। ਕੱਪੜੇ ਤੇ ਫਿਰ ਵੀ ਬਣ ਜਾਣਗੇ, ਧਨ ਪਦਾਰਥ ਤੇ ਫਿਰ ਵੀ ਬਣਾ ਲਵੇਂਗਾ ਜੇ ਜਾਨ ਬਚ ਗਈ ਹੈ। ਜਰ ਬੁਝੇ ਪਾਛੇ ਕਛ, ਬਸਤ ਨਾ ਬਸਾਤ ਹੈ। ਅੱਗ ਲੱਗ ਕੇ ਆਪ ਵੀ ਸੜ ਗਿਆ, ਘਰ ਵੀ ਸੜ ਗਿਆ, ਅਤੇ ਮਗਰੋਂ ਸਵਾਹ ਦੇ ਕੋਲ ਬੈਠ ਕੇ ਰੋਈ ਜਾਵੇ ਤੇ ਫਿਰ ਉਹਦਾ ਕੀ ਹੋ ਸਕਦਾ? ਕੁਝ ਨਹੀਂ। ਜੋ ਸਵਾਹ ਹੋ ਗਿਆ ਹੁਣ ਉਹ ਦੁਬਾਰਾ ਠੀਕ ਨਹੀਂ ਹੋ ਸਕਦਾ। ਕਹਿਣ ਲੱਗੇ ਦੂਜੀ ਉਦਾਹਰਨ ਹੈ। ਤੇ ਤੀਜਾ ਬਚਨ ਉਹਨਾਂ ਨੇ ਲਿਖਿਆ, ਕਹਿਣ ਲੱਗੇ ਜੈਸੇ ਚੋਰ ਲਾਗੇ ਜਾਗੇ ਜੋਈ ਸੋਈ ਭਲੋ। ਘਰ ਨੂੰ ਚੋਰ ਪੈ ਗਏ ਨਾ ਲੁੱਟਣ ਵਾਸਤੇ, ਤੇ ਜਿਹੜਾ ਤੇ ਡੰਡਾ ਲੈ ਕੇ ਅੱਗੋਂ ਖੜਾ ਹੋ ਪਿਆ, ਜਾਗ ਪਿਆ, ਉਹਦਾ ਤੇ ਫਾਇਦਾ ਹੋ ਜਾਏਗਾ। ਚੋਰ ਭੱਜ ਜਾਣਗੇ ਵੀ ਸਾਨੂੰ ਕੋਈ ਫੜ ਨਾ ਲਵੇ। ਤੇ ਜਿਹੜਾ ਚੋਰਾਂ ਨੂੰ ਵੇਖ ਕੇ ਸੁੱਤਾ ਹੀ ਰਿਹਾ ਵੀ ਕੋਈ ਗੱਲ ਨਹੀਂ, ਲੋਟੀ ਲੈਣ ਤੇ ਸਵੇਰੇ ਨੀਂਦ ਨਹੀਂ ਖਰਾਬ ਹੋਣੀ ਚਾਹੀਦੀ, ਸਵੇਰੇ ਹੀ ਉਠਾਂਗਾ, ਉਹਦਾ ਫਿਰ ਨੁਕਸਾਨ ਡਾਢਾ ਹੈ। ਜੋ ਕੁਝ ਉਹਨਾਂ ਦੇ ਹੱਥੀਂ ਆਇਆ ਉਹਨਾਂ ਨੇ ਲੈ ਜਾਣਾ। ਸੋਏ ਗਏ ਰੀਤੋ ਘਰ ਦੇਖਿਆ ਉੱਠ ਪ੍ਰਾਤ ਕੋ। ਜਿਹੜੇ ਸੁੱਤੇ ਰਹੇ ਨਾ ਉਹਨਾਂ ਨੂੰ ਦਿਨੇ ਖਾਲੀ ਘਰ ਵੇਖਣਾ ਮਿਲਣ ਵਾਸਤੇ। ਘਰ ਸਾਰਾ ਖਾਲੀ ਉਹਨਾਂ ਚੋਰਾਂ ਨੇ ਕਰ ਜਾਣਾ, ਕਿਉਂਕਿ ਸੁੱਤੇ ਪਏ ਮੌਕਾ ਨਹੀਂ ਸਾਂਭਿਆ। ਤੇ ਚੋਰ ਦੇ ਕੋਲੋਂ ਬਚਾਅ ਵਾਸਤੇ ਤੇ ਉੱਠਣਾ ਪੈਣਾ ਹੈ। ਕਹਿਣ ਲੱਗੇ ਤੈਸੇ ਅੰਤਕਾਲ ਗੁਰ ਚਰਨ ਸ਼ਰਨ ਆਵੈ। ਗੁਰਮੁਖਾ ਇਸੇ ਤਰ੍ਹਾਂ ਅੰਤ ਦੇ ਸਮੇਂ ਜੇ ਤੂੰ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਵੇਂਗਾ, ਚਲੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਚਲੇ ਜਾਈਏ, ਪਾਵੈ ਮੋਖ ਪਦਵੀ ਨਾਤਰ ਬਿਲਲਾਤ ਹੈ। ਜਿਵੇਂ ਬੇੜੀ ਡੁੱਬਦੀ ਪਈ ਹੈ, ਛਾਲ ਮਾਰਨ ਵਾਲਾ ਨਿਕਲ ਗਿਆ ਤੇ ਜਾਨ ਬਚ ਗਈ ਹੈ। ਘਰ ਸੜਦਾ ਪਿਆ, ਛਾਲ ਮਾਰਨ ਵਾਲਾ ਨਿਕਲਿਆ ਤੇ ਸੜਨੋਂ ਬਚ ਗਿਆ। ਘਰੇ ਚੋਰ ਪੈ ਗਏ ਨੇ, ਲੁੱਟਦੇ ਪਏ ਨੇ, ਪਰ ਜਿਹੜਾ ਜਾਗ ਪਿਆ ਉਹਨੇ ਘਰ ਬਚਾ ਲਿਆ। ਇਸੇ ਤਰ੍ਹਾਂ ਗੁਰਮੁਖਾ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਜਾਣਗੇ ਨਾ ਉਹ ਤੇ ਭਲੇ ਰਹਿ ਜਾਣਗੇ, ਬਚ ਜਾਣਗੇ। ਪਰ ਜਿਹੜੇ ਗੁਰੂ ਦੀ ਸ਼ਰਨ ਵਿੱਚ ਨਾ ਆਏ ਤੇ ਪਾਤਸ਼ਾਹ ਕਹਿਣ ਲੱਗੇ ਫਿਰ ਉਹਨਾਂ ਦੇ ਕੋਲ ਵਿਰਲਾਪ ਹੀ ਰਹਿ ਜਾਣਾ। ਉਹ ਵਿਰਲਾਪ ਹੀ ਕਰਨਗੇ, ਰੋਂਦੇ ਹੀ ਰਹਿਣਗੇ, ਦੁਖੀ ਹੁੰਦੇ ਰਹਿਣਗੇ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਾਧ ਜਨਾਂ ਸੇ ਬਾਹਰੀ, ਜਿਹੜੀਆਂ ਸਾਧੂ ਦੀ ਸੰਗਤ ਤੋਂ ਬਾਹਰ ਰਹਿੰਦੀਆਂ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸੰਗਤ ਤੋਂ ਬਾਹਰ ਨੇ। ਤੇ ਪਾਤਸ਼ਾਹ ਕਹਿਣ ਲੱਗੇ ਸੇ ਰਹਿਣ ਅਕੇਲੜੀਆ, ਉਹ ਇਕੱਲੇ ਹੀ ਦੁਨੀਆ 'ਤੇ ਪਾਏ ਜਾਣਗੇ, ਇਕੱਲੇ ਹੀ ਇਸ ਦੁਨੀਆ ਵਿੱਚ ਆਏ, ਇਕੱਲੇ ਹੀ ਇੱਥੋਂ ਜਮਾਂ ਦੇ ਨਾਲ ਜਾਣਗੇ। ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ, ਡਰਾਵਨਾ ਕਰ ਅਵਗੁਣ ਪਛੋਤਾਵਨਾ, ਜਮਾਂ ਦੇ ਨਾਲ ਜਾਣਗੇ। ਤੇ ਜਾਂ ਜਿਵੇਂ ਹੁਣੇ ਆਪਾਂ ਬਚਨ ਸਰਵਣ ਕੀਤਾ ਨਾ, ਤਿਲਾਂ ਦੇ ਖੇਤ ਵਿੱਚ ਕਿਸਾਨ ਜਿਹੜਾ ਨਾ ਸਾਰੇ ਤਿਲ ਵੱਢ ਲੈਂਦਾ ਦਾਤਰੀ ਦੇ ਨਾਲ, ਸਾਰਿਆਂ ਨੂੰ ਸਾਂਭ ਲੈਂਦਾ। ਪਰ ਜਿਹੜੇ ਤਿਲ ਦੇ ਵਿੱਚ ਕਾਂਗਿਆਰੀ ਪੈ ਜਾਵੇ, ਕਾਲੀ ਜੀ ਕਾਲਖ ਪੈ ਜਾਵੇ, ਉਹਦੇ ਵਿੱਚ ਬੀ ਨਾ ਪਵੇ, ਤਿਲ ਨਾ ਪੈਣ, ਕੇਵਲ ਸਵਾਹ ਪਈਏ ਨਾ, ਕਿਸਾਨ ਉਹਨੂੰ ਵੱਢਦਾ ਨਹੀਂ। ਕਿ ਉਹ ਇਕੱਲਾ ਹੀ ਬੂਟਾ ਜਿਹੜਾ ਉਹ ਖੇਤ ਵਿੱਚ ਰਹਿੰਦਾ, ਹਵਾ ਵਿੱਚ ਇਕੱਲਾ ਹੀ ਹਿਲਦਾ ਰਹਿੰਦਾ, ਪਸ਼ੂਆਂ ਦੇ ਪੈਰਾਂ ਨਾਲ ਲਤਾੜਿਆ ਜਾਂਦਾ, ਦੁਖੀ ਹੋਇਆ ਰਹਿੰਦਾ। ਮਹਾਰਾਜ ਕਹਿਣ ਲੱਗੇ ਇਸੇ ਤਰ੍ਹਾਂ ਜਿਹੜੇ ਸੰਗਤ ਵਿੱਚ ਇਕੱਠੇ ਰਹਿਣਗੇ ਉਹ ਤੇ ਮਾਲਕ ਤੱਕ ਪਹੁੰਚ ਗਏ, ਪਰ ਜਿਹੜੇ ਖੋਟੇ ਹੋ ਜਾਣਗੇ ਉਹ ਇਕੱਲੇ ਹੀ ਤੁਰੇ ਫਿਰਨਗੇ, ਦੁਖੀ ਹੋ ਜਾਣਗੇ। ਸਾਧ ਜਨਾਂ ਸੇ ਬਾਹਰੀ ਸੇ ਰਹਿਣ ਅਕੇਲੜੀਆ, ਉਹ ਕੱਲੀਆਂ ਰਹਿ ਜਾਂਦੀਆਂ ਜੀਵ ਇਸਤਰੀਆਂ ਜਿਹੜੀਆਂ ਸੰਗਤ ਤੋਂ ਬਾਹਰ ਹੀ ਰਹਿੰਦੀਆਂ ਹਨ। ਦੁੱਖ ਨਾ ਕਬਹੁ ਉਤਰੈ ਸੇ ਜਮ ਕੈ ਵਸ ਪੜਿਆ। ਉਹਨਾਂ ਦਾ ਫਿਰ ਕਦੇ ਦੁੱਖ ਨਹੀਂ ਉਤਰਦਾ। ਕਿਹੜਾ ਦੁੱਖ? ਜਨਮ ਲੈ ਕੇ ਆਉਣ ਦਾ, ਮਰ ਕੇ ਜਾਣ ਦਾ, ਕਦੇ ਦੁੱਖ ਉਤਰਦਾ ਨਹੀਂ। ਫਿਰ ਜਮਾਂ ਦੇ ਵਸ ਪੈ ਜਾਂਦੀਆਂ, ਜਮਾਂ ਦੀ ਮਾਰ। ਪਾਤਸ਼ਾਹ ਕਹਿਣ ਲੱਗੇ ਜਮ ਜਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਐਸੀਆਂ ਸਜ਼ਾਵਾਂ ਜਿਹੜੀਆਂ ਨੇ ਉਹ ਜਮਾਂ ਦੇ ਕੋਲੋਂ ਆ ਕੇ ਪ੍ਰਾਪਤ ਹੁੰਦੀਆਂ। ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ, ਕਹਿਣ ਲੱਗੇ ਬਿਰਖੇ ਹੇਤ ਸਭ ਜਨਤੇ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਅਦੋਤ ਭਇਆ ਉੱਠ ਚੱਲੇ, ਜਿਉਂ ਜਿਉਂ ਔਦ ਵਿਹਾਣੀਆਂ। ਜਿਵੇਂ ਉਮਰਾਂ ਬਤੀਤ ਹੋਵੇਗੀ ਨਾ। ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ ਭਾਈ ਪਿਆਰਿਆ, ਬਚਨ ਇਹ ਹੈ, ਤੇਰੀ ਜ਼ਿੰਦਗੀ ਦਾ ਸੱਚ ਇਹ ਹੈ
ਕਿ ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਹਨ। ਦਰਵਾਜ਼ੇ ਜਿੰਨੇ ਮਰਜ਼ੀ ਬੰਦ ਕਰ ਲਾ, ਯਤਨ ਜਿੰਨੇ ਮਰਜ਼ੀ ਕਰ ਲਾ, ਪਰ ਇੱਕ ਵੀ ਯਤਨ ਜਮਾ ਦੇ ਅੱਗੇ ਕੋਈ ਨਹੀਂ ਚੱਲਣਾ। ਅਫਲਾਤੂ ਨਾਮ ਦਾ ਇੱਕ ਵਿਅਕਤੀ ਹੋਇਆ ਨਾ, ਕਹਿਣ ਲੱਗੇ ਬੜਾ ਸਿਆਣਾ ਤੇ ਬੜਾ ਹੀ ਕਾਰੀਗਰ ਹੈ। ਵਿਦਵਾਨਾਂ ਨੇ ਲਿਖਿਆ ਹੈ ਬੰਦੇ ਨੂੰ ਸਾਹਮਣਾ ਖੜਾ ਕਰਕੇ ਬੰਦੇ ਵਰਗੀ ਉਹ ਮੂਰਤੀ ਬਣਾ ਦਿੰਦਾ, ਬਿਲਕੁਲ ਇਨ ਬਿਨ ਉਹੋ ਜਿਹਾ ਸਰੀਰ ਬਣਾ ਦਿੰਦਾ। ਇੱਕ ਦਿਨ ਸਰੀਰ ਬਣਾਉਂਦਿਆਂ ਬਣਾਉਂਦਿਆਂ ਮਨ ਵਿੱਚ ਵਿਚਾਰ ਆ ਗਈ, ਕਿਉਂ ਨਾ ਹੋਵੇ ਮੈਂ ਆਪਣੇ ਵਰਗੀਆਂ ਮੂਰਤੀਆਂ ਵੀ ਬਣਾ ਲਵਾਂ। ਆਪਣੇ ਵਰਗੀਆਂ ਮੂਰਤੀਆਂ ਬਿਲਕੁਲ ਇੱਕੋ ਜਿਹੀਆਂ ਬਣਾ ਲਈਆਂ। ਤੇ ਜਦੋਂ ਵੇਖਿਆ ਨਾ ਮੌਤ ਦਾ ਸਮਾਂ ਵੀ ਹੁਣ ਮੈਨੂੰ ਜਮਾਂ ਨੇ ਲੈਣ ਆਉਣਾ, ਤੇ ਇੱਕ ਮੂਰਤੀ ਦੇ ਵਿੱਚ ਆਪ ਵੜ ਕੇ ਤੇ ਲੁਕ ਗਿਆ, ਮੈਨੂੰ ਕੋਈ ਵੇਖ ਨਾ ਸਕੇ। ਜਮ ਆਏ ਲੈਣ ਵਾਸਤੇ, ਕਹਿਣ ਲੱਗੇ ਇੱਕ ਅਫਲਾਤੂ ਨੂੰ ਲੈ ਕੇ ਜਾਣਾ, ਇੱਥੇ ਤੇ ਪਤਾ ਨਹੀਂ ਕਿੰਨੀਆਂ ਕੁ ਦੀਆਂ ਮੂਰਤੀਆਂ ਤੇ ਕਿਵੇਂ ਕੱਢੀਏ। ਧਰਮਰਾਜੇ ਨੂੰ ਜਾ ਕੇ ਪੁੱਛਿਆ, ਕਹਿਣ ਲੱਗੇ ਜੀ ਅਫਲਾਤੂ ਤੇ ਬਾਗੀ ਹੋ ਗਿਆ, ਉਹ ਨਹੀਂ ਪਕੜਿਆ ਜਾਂਦਾ, ਲੁਕ ਗਿਆ, ਕਿੱਥੋਂ ਲੱਭ ਕੇ ਤੇ ਕਿਵੇਂ ਲੱਭ ਕੇ ਲਿਆਈਏ। ਤੇ ਧਰਮਰਾਜ ਕਹਿਣ ਲੱਗੇ, ਕਹਿੰਦੇ ਵੀ ਉਹ ਕਿਤੇ ਨਹੀਂ ਗਿਆ, ਮੂਰਤੀਆਂ ਦੇ ਵਿੱਚ ਹੀ ਹੈ। ਬਾਹਰ ਉਦੋਂ ਆਵੇਗਾ, ਉਹਦੇ ਕੰਮ ਦਾ ਜਾ ਕੇ ਨੁਕਸ ਕੱਢ ਦਿਓ ਵੀ ਆਹ ਕੰਮ ਠੀਕ ਨਹੀਂ ਕੀਤਾ, ਤੇ ਉਹ ਬਾਹਰ ਜ਼ਰੂਰ ਨਿਕਲੇਗਾ। ਇਸੇ ਤਰ੍ਹਾਂ ਹੀ ਕੀਤਾ। ਮੂਰਤੀਆਂ ਵੇਖਦੇ ਪਏ, ਮੂਰਤੀਆਂ ਨੂੰ ਸਲਾਉਂਦੇ ਪਏ, ਬੜਾ ਸੋਹਣਾ ਕਾਰੀਗਰ ਹੈ, ਬੜੀਆਂ ਸੋਹਣੀਆਂ ਮੂਰਤੀਆਂ ਬਣਾਈਆਂ, ਸ਼ਾਬਾਸ਼ੀ ਦਿੰਦੇ ਪਏ। ਤੇ ਚਲਦਿਆਂ ਚਲਦਿਆਂ ਇੱਕ ਮੂਰਤੀ ਦੇ ਕੋਲ ਸੁਭਾਵਕ ਹੀ ਆ ਕੇ ਕਹਿ ਦਿੱਤਾ, ਕਹਿਣ ਲੱਗੇ ਆਹ ਠੀਕ ਨਹੀਂ ਬਣੀ ਹੈ। ਜਦੋਂ ਕੋ ਉਹਦਾ ਨੁਕਸ ਕੱਢਿਆ ਨਾ ਵੀ ਇਹ ਠੀਕ ਨਹੀਂ ਬਣੀ, ਤੇ ਫਲਾਤੂ ਝੱਟ ਹੀ ਸਾਹਮਣੇ ਆ ਗਿਆ, ਕਹਿਣ ਲੱਗਾ ਮੈਂ ਬਣਾਈ ਹੈ ਤੇ ਤੁਸੀਂ ਕੌਣ ਹੁੰਦੇ ਹੋ ਮੇਰੀ ਬਣਾਈ ਮੂਰਤੀ ਦਾ ਨੁਕਸ ਕੱਢਣ ਵਾਲੇ। ਤੇ ਜਦੋਂ ਸਾਹਮਣੇ ਆ ਕੇ ਇਹ ਗੱਲ ਕਹੀ ਤੇ ਉਹ ਜਮ ਕਹਿਣ ਲੱਗੇ ਬਸ ਤੈਨੂੰ ਲੱਭਦੇ ਪਿਆ, ਮੂਰਤੀਆਂ ਤੋਂ ਕੀ ਲੈਣਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਬਚਨ ਇਹ ਹੈ ਗੁਰਮੁਖਾ, ਤਿੰਨ ਦੁੱਖ ਨਾ ਕਬਹੂ ਉਤਰੈ, ਸੇ ਜਮ ਕੈ ਵਸ ਪੜਿਆ। ਜਮਾਂ ਦੇ ਵਸ ਜਿਹੜਾ ਪੈ ਗਿਆ ਉਹਦਾ ਦੁੱਖ ਕਦੇ ਉਤਰਨਾ ਨਹੀਂ। ਵਾਰ ਵਾਰ ਜਨਮ, ਵਾਰ ਵਾਰ ਮੌਤ, ਕਦੇ ਜਨਮਾਂ ਦਾ ਦੁੱਖ, ਕਦੇ ਜਨਮਾਂ ਵਿੱਚ ਪੈ ਕੇ ਕਰਮਾਂ ਦਾ ਦੁੱਖ, ਇਹ ਦੁੱਖ ਕਦੇ ਲੈਂਦੇ ਨਹੀਂ, ਵਾਰ ਵਾਰ ਤੈਨੂੰ ਪ੍ਰਾਪਤ ਹੋਣੇ ਨੇ। ਐਸੀ ਜਮਾਂ ਦੀ ਡਾਢੀ ਮਾਰ ਹੈ। ਜਿਨੇ ਰਾਵਿਆ ਪ੍ਰਭ ਆਪਣਾ, ਸੇ ਦਿਸਨ ਨਿਤ ਖੜਿਆ। ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਰਾਵਿਆ ਹੈ, ਜਿਨ੍ਹਾਂ ਨੇ ਉਹਦੇ ਨਾਮ ਨੂੰ ਜਪਿਆ ਹੈ। ਤੇ ਪਾਤਸ਼ਾਹ ਕਹਿਣ ਲੱਗੇ ਉਹ ਜਿਹੜੇ ਗੁਰਮੁਖ ਨੇ ਉਹਦੇ ਦਰ ਦੇ ਉੱਪਰ ਖੜੇ ਹੋਏ ਨਜ਼ਰ ਆਉਂਦੇ। ਸੋ ਦਰ ਕੇਹਾ ਸੋ ਘਰ ਕੇਹਾ, ਜਿਤ ਬਹਿ ਸਰਬ ਸਮਾਲ। ਬੇਬੇ ਨਾਨਕੀ ਜੀਆਂ ਨੇ ਬਚਨ ਕੀਤਾ ਨਾ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ, ਜਦੋਂ ਵੇਈ ਨਦੀ ਵਿੱਚੋਂ ਬਾਹਰ ਨਿਕਲੇ ਨਾ ਮਹਾਰਾਜ ਜੀ, ਤੇ ਆਪਣੀ ਭੈਣ ਨੂੰ ਮਿਲੇ ਤੇ ਉਹਨਾਂ ਨੇ ਸਵਾਲ ਕੀਤਾ, ਕਹਿਣ ਲੱਗੇ ਵੀ ਜੇ ਸੱਚਖੰਡ ਦੇ ਵਿੱਚੋਂ ਤੁਸੀਂ ਆਏ ਹੋ, ਦੇਖ ਕੇ ਆਏ ਹੋ, ਕਿਸ ਤਰ੍ਹਾਂ ਦਾ ਸੱਚਖੰਡ ਹੈ, ਪਰਮਾਤਮਾ ਦਾ ਦਰ ਕਿਸ ਤਰ੍ਹਾਂ ਦਾ ਹੈ, ਉੱਥੇ ਕਿਸ ਤਰ੍ਹਾਂ ਦੇ ਕੰਮ ਹੁੰਦੇ ਨੇ, ਕਿਰਪਾ ਕਰਕੇ ਸਾਨੂੰ ਵੀ ਦੱਸੋ। ਤੇ ਜਦੋਂ ਇਹ ਬਚਨ ਸੁਣਿਆ ਨਾ ਗੁਰੂ ਨਾਨਕ ਦੇਵ ਪਾਤਸ਼ਾਹ ਨੇ, ਤੇ ਮਹਾਰਾਜ ਕਹਿਣ ਲੱਗੇ ਸੋ ਦਰ ਕੇਹਾ ਸੋ ਘਰ ਕੇਹਾ। ਉਹ ਘਰ ਪਰਮਾਤਮਾ ਦਾ ਸੱਚਖੰਡ ਉਹ ਕਿਸ ਤਰ੍ਹਾਂ ਦਾ ਹੈ, ਕਿਵੇਂ ਵਰਣਨ ਕਰੀਏ। ਉਸ ਘਰ ਦਾ ਦਰਵਾਜ਼ਾ ਕਿਸ ਤਰ੍ਹਾਂ ਦਾ, ਦਹਲੀਜ਼ ਕਿੱਦਾਂ ਦੀ ਹੈ, ਕਿਵੇਂ ਵਰਣਨ ਕਰੀਏ। ਜਿਤ ਬਹਿ ਸਰਬ ਸੰਭਾਲੇ, ਜਿੱਥੇ ਬੈਠ ਕੇ ਤੂੰ ਸਾਰਿਆਂ ਦੀ ਸੰਭਾਲ ਕਰਦਾ ਹੈ। ਤੇ ਗਾਵੈ ਹੈ ਤੁਧਨੋ ਇੰਦਰ ਇੰਦਰਾਸਨ ਬੈਠੇ, ਦੇਵਤਿਆਂ ਦਰ ਨਾਲੇ ਤੇਰੇ ਦਰ ਦੇ ਉੱਪਰ ਬੈਠੇ ਹੋਏ ਵੱਡੇ ਵੱਡੇ ਦੇਵਤੇ, ਰਿਖੀ ਮੁਨੀ, ਸਾਧੂ ਸੰਤ, ਪਰੀਆਂ, ਪੈਗੰਬਰ ਜੋ ਵੀ ਨੇ। ਆਪਾਂ ਸਾਰਾ ਸੋਦਰ ਦਾ ਸ਼ਬਦ ਪੜ੍ਹਦੇ ਹਾਂ ਨਾ। ਗਾਵਣ ਤੁਧਨੋ ਸਿੱਧ ਸਮਾਧੀ ਅੰਦਰ, ਗਾਵਣ ਤੁਧਨੋ ਸਾਧ ਵਿਚਾਰੇ, ਗਾਵਣ ਤੁਧਨੋ ਜਤੀ ਸਤੀ ਸੰਤੋਖੀ, ਗਾਵਣ ਤੁਧਨੋ ਵੀਰ ਕਰਾਰੇ, ਗਾਵਣ ਤੁਧਨੋ ਪੰਡਤ ਪੜ੍ਹਨ ਰਖੀਸੁਰ, ਜੁਗ ਜੁਗ ਵੇਦਾਂ ਨਾਲੇ, ਗਾਵਣ ਤੁਧਨੋ ਮੋਹਨੀਆਂ ਮਨ ਮੋਹਨ, ਸੁਰਗ ਮੱਛ ਪਿਆਲੇ, ਗਾਵਣ ਤੁਧਨੋ ਰਤਨ ਉਪਾਏ ਤੇਰੇ, 860 ਤੀਰਥ ਨਾਲੇ, ਤੀਰਥ ਵੀ ਤੈਨੂੰ ਗਾਉਂਦੇ ਪਏ, ਤੇਰਾ ਨਾਮ ਜਪਦੇ ਪਏ। ਐਸੀ ਤੇਰੀ ਵੱਡੀ ਮਹਿਮਾ ਹੈ ਜਿਹੜੀ ਵਰਣਨ ਨਹੀਂ ਕੀਤੀ ਜਾ ਸਕਦੀ ਹੈ। ਐਸਾ ਤੇਰਾ ਦਰ ਹੈ। ਇਹ ਸ਼ਬਦ ਜਿਹੜਾ ਸੀ ਨਾ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਆ, ਤੇ ਬਖਸ਼ਿਸ਼ ਕਰਕੇ ਦੱਸਿਆ ਵੀ ਐਸਾ ਉਹਦਾ ਦਰ ਹੈ ਪਰਮਾਤਮਾ ਦਾ। ਤੇ ਸਤਿਗੁਰੂ ਇੱਥੇ ਫਰਮਾਉਂਦੇ, ਕਹਿਣ ਲੱਗੇ ਭਾਈ ਜਿਨੀ ਰਾਵਿਆ ਪ੍ਰਭ ਆਪਣਾ, ਸੇ ਦਿਸਨ ਨਿਤ ਖੜੀਆ।
ਪਰਮਾਤਮਾ ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਨਾਮ ਉਚਾਰਿਆ, ਉਹ ਤੇਰੇ ਦਰ 'ਤੇ ਪ੍ਰਵਾਨ ਹੋਏ ਵੇਖੇ ਜਾਂਦੇ, ਤੇਰੇ ਦਰ 'ਤੇ ਪ੍ਰਾਪਤ ਹੋਏ ਵੇਖੇ ਜਾਂਦੇ। ਐਸੀ ਉਹਨਾਂ ਨੂੰ ਦਾਤ ਪ੍ਰਾਪਤ ਹੁੰਦੀ ਹੈ। ਰਤਨ ਜਵੇ ਹਰ ਲਾਲ ਹਰ ਕੰਠ ਤਨਾ ਜੜਿਆ। ਗੁਰਮੁਖੋ ਰਤਨ ਤੋਂ ਭਾਵ ਲੈ ਲੈਣਾ ਵੈਰਾਗ, ਜਿਨ੍ਹਾਂ ਨੂੰ ਵੈਰਾਗ ਪ੍ਰਾਪਤ ਹੋਇਆ। ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ, ਧਨ ਸੋ ਤੇਰਾ ਥਾਨ, ਜਿਨ੍ਹਾਂ ਨੂੰ ਇਹ ਵੈਰਾਗ ਮਿਲਿਆ। ਤੇ ਸਤਿਗੁਰੂ ਪਾਤਸ਼ਾਹ ਨੇ ਦੂਜਾ ਬਚਨ ਵਰਤਿਆ, ਜਵੇਹਰ ਤੋਂ ਭਾਵ ਹੁੰਦਾ ਜਵਾਹਰਾਤ, ਹੀਰੇ ਮੋਤੀ। ਤੇ ਹੀਰਿਆਂ ਤੋਂ ਭਾਵ ਲੈ ਲੈਣਾ ਜਿਨ੍ਹਾਂ ਨੂੰ ਗਿਆਨ ਪ੍ਰਾਪਤ ਹੋਇਆ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਜਿਨ੍ਹਾਂ ਦੇ ਨੇਤਰਾਂ ਦੇ ਵਿੱਚ ਸਤਿਗੁਰਾਂ ਨੇ ਗਿਆਨ ਰੂਪੀ ਸੁਰਮਾ ਬਖਸ਼ਿਆ। ਪਰ ਇਹ ਪ੍ਰਾਪਤ ਉਹਨਾਂ ਨੂੰ ਹੋਣਾ ਜਿਨ੍ਹਾਂ ਦੇ ਉੱਪਰ ਕਿਰਪਾ ਹੈ। ਤੇ ਲਾਲ ਤੋਂ ਭਾਵ ਹੁੰਦਾ ਗੁਰਮੁਖੋ ਪ੍ਰੇਮ, ਜਿਨ੍ਹਾਂ ਨੂੰ ਪ੍ਰੇਮ ਪ੍ਰਾਪਤ ਹੋਇਆ। ਕਿਉਂਕਿ ਲਾਲ ਦੀ ਕੋਈ ਕੀਮਤ ਨਹੀਂ ਦੇ ਸਕਦਾ ਤੇ ਪ੍ਰੇਮ ਦੀ ਵੀ ਕੋਈ ਕੀਮਤ ਨਹੀਂ ਦੇ ਸਕਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਪਟਨਾ ਸਾਹਿਬ ਦੀ ਧਰਤੀ 'ਤੇ ਗਏ ਤੇ ਭਾਈ ਮਰਦਾਨਾ ਜੀ ਨੇ ਆਖਿਆ ਭੁੱਖ ਲੱਗੀ ਹੈ, ਤੇ ਸਤਿਗੁਰਾਂ ਨੇ ਆਪਣੇ ਪੈਰ ਦੇ ਅੰਗੂਠੇ ਦੇ ਨਾਲ ਥੱਲਿਓ ਧਰਤੀ ਦੇ ਵਿੱਚੋਂ ਇੱਕ ਲਾਲ ਕੱਢਿਆ ਤੇ ਕਹਿਣ ਲੱਗੇ ਵੀ ਜਾਓ ਇਸ ਨੂੰ ਦੇ ਕੇ ਤੇ ਕੁਝ ਖਾ ਪੀ ਲਓ। ਤੇ ਜਦੋਂ ਭਾਈ ਮਰਦਾਨਾ ਜੀ ਉਹ ਲਾਲ ਲੈ ਕੇ ਸਾਲਸਰਾਏ ਨਾਮ ਦੇ ਜੌਹਰੀ ਕੋਲ ਗਏ, ਕਹਿਣ ਲੱਗੇ ਇਹਦੀ ਕੀਮਤ ਦੇ ਦਿਓ, ਕਿੰਨੇ ਦਾ ਹੈ? ਤੇ ਉਹਨੇ ਹੱਥ ਜੋੜ ਕੇ ਆਖਿਆ, ਕਹਿਣ ਲੱਗਾ ਮੈਂ ਇਹਦੀ ਕੀਮਤ ਦੇ ਹੀ ਨਹੀਂ ਸਕਦਾ, ਇਹਦੀ ਕੀਮਤ ਕੋਈ ਵੀ ਨਹੀਂ ਦੇ ਸਕਦਾ। ਇਹ ਐਸਾ ਮਹਿੰਗਾ ਲਾਲ ਹੈ ਵੀ ਇਹਦੀ ਕੀਮਤ ਕੋਈ ਨਹੀਂ ਦੇ ਸਕਦਾ। ਲਾਲਾਂ ਦੀ ਕਦੇ ਕੀਮਤ ਨਹੀਂ ਪਾਈ ਜਾਂਦੀ ਹੈ। ਤੇ ਜਿਵੇਂ ਲਾਲ ਦੀ ਕੀਮਤ ਨਹੀਂ ਨਾ ਹੁੰਦੀ ਗੁਰਮੁਖੋ, ਇਸੇ ਤਰ੍ਹਾਂ ਪ੍ਰੇਮ ਦੀ ਵੀ ਕੀਮਤ ਨਹੀਂ ਹੁੰਦੀ ਹੈ। ਪ੍ਰੇਮ ਕਿਸੇ ਤੋਂ ਮੁੱਲ ਨਹੀਂ ਖਰੀਦਿਆ ਜਾਂਦਾ। ਭਾਵੇਂ ਕਿੰਨਾ ਵੀ ਕਿਸੇ ਦੇ ਕੋਲ ਧਨ ਹੈ, ਪਦਾਰਥ ਹੈ, ਪ੍ਰੇਮ ਨਹੀਂ ਮੁੱਲ ਖਰੀਦਿਆ ਜਾਵੇਗਾ। ਬੜੇ ਬੜੇ ਸਾਧੂ ਮਹਾਤਮਾ, ਨਾਮ ਜਪਣ ਵਾਲੇ, ਨਾਮ ਦੇ ਰਸੀਏ, ਬੰਦਗੀ ਕਰਨ ਵਾਲੇ, ਰੱਬ ਦੇ ਨਾਲ ਜੁੜੇ ਹੋਏ, ਉਹਨਾਂ ਦਾ ਪਰਮਾਤਮਾ ਨਾਲ ਪ੍ਰੇਮ ਬਣਿਆ। ਤੇ ਜੇ ਆਪਾਂ ਉਹਨਾਂ ਨੂੰ ਜਾ ਕੇ ਇਹ ਗੱਲ ਕਹੀਏ ਵੀ ਜਿਹੜਾ ਪ੍ਰੇਮ ਤੁਹਾਡਾ ਬਣਿਆ ਸਾਡਾ ਵੀ ਬਣ ਜਾਵੇ, ਸਾਡੇ ਕੋਲੋਂ ਧਨ ਲੈ ਲਓ ਤੇ ਆਪਣਾ ਪ੍ਰੇਮ ਬਣਿਆ ਬਣਾਇਆ ਸਾਨੂੰ ਦੇ ਦਿਓ, ਇਸ ਤਰ੍ਹਾਂ ਤੇ ਨਹੀਂ ਨਾ ਹੋਵੇਗਾ। ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲੀਆ ਹੈ ਮੋਲ। ਰੱਬ ਦੇ ਨਾਲ ਪ੍ਰੇਮ ਬਣੇ, ਇਹ ਪਰਮਾਤਮਾ ਹੀ ਕਿਰਪਾ ਕਰੇ ਤੇ ਤਾਂ ਬਣੇਗਾ। ਜੇ ਤੂੰ ਆਖੇ ਵੀ ਧਨ ਦੇ ਨਾਲ ਮੈਂ ਪ੍ਰੇਮ ਖਰੀਦ ਲਵਾਂ, ਪਰਮਾਤਮਾ ਦੇ ਨਾਲ ਉਹ ਪ੍ਰੇਮ ਖਰੀਦਿਆ ਨਹੀਂ ਜਾਣਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜੈਸੀ ਭੂਖੇ ਪ੍ਰੀਤ ਅਨਾਜ, ਤ੍ਰਿਖਾਵੰਤ ਜਲ ਸੇਤੀ ਕਾਜ, ਤੇ ਜੈਸੀ ਮੂੜ ਕਟੰਬ ਪਰਾਇਨ, ਐਸੀ ਨਾਮੇ ਪ੍ਰੀਤ ਨਰਾਇਣ। ਭੁੱਖੇ ਨੂੰ ਪ੍ਰਸ਼ਾਦੇ ਦਾ ਕੇਵਲ ਵਾਸਤਾ ਹੈ, ਪਿਆਸੇ ਨੂੰ ਕੇਵਲ ਪਾਣੀ ਦੇ ਨਾਲ ਮਤਲਬ ਹੈ। ਤੇ ਰੱਬ ਦੇ ਪਿਆਰਿਆਂ ਦੀ ਐਸੀ ਪ੍ਰੀਤੀ ਪਰਮਾਤਮਾ ਦੇ ਨਾਲ, ਇਹ ਪ੍ਰੀਤੀ ਖਰੀਦੀ ਨਹੀਂ ਜਾਂਦੀ ਹੈ, ਪਰਮਾਤਮਾ ਕਿਰਪਾ ਕਰੇ ਤੇ ਮਿਲਦੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਰਤਨ ਜਵੇਹਰ ਲਾਲ ਹਰ, ਕੰਠ ਤਿੰਨਾ ਜੜੀਆ। ਜਿਨ੍ਹਾਂ ਨੇ ਆਪਣੇ ਕੰਠ ਹਿਰਦੇ ਦੇ ਵਿੱਚ ਇਹ ਗੁਣ ਧਾਰਨ ਕੀਤੇ, ਇੱਕ ਵੈਰਾਗ, ਦੂਜਾ ਗਿਆਨ ਤੇ ਤੀਜਾ ਪ੍ਰੇਮ। ਜਿਨ੍ਹਾਂ ਨੇ ਤਿੰਨ ਗੁਣ ਧਾਰਨ ਕੀਤੇ ਉਹ ਤੇਰੇ ਦਰ ਤੇ ਪ੍ਰਵਾਨ ਹਨ। ਨਾਨਕ ਬਾਂਸ਼ੈ ਧੂੜ ਤਨ ਪ੍ਰਭ ਸਰਣੀ ਦਰ ਪੜਿਆ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਜਿਹੜੇ ਤੇਰੇ ਦਰ ਦੇ ਉੱਪਰ ਪ੍ਰਵਾਨ ਹੋ ਗਏ ਨਾ ਪਰਮਾਤਮਾ, ਉਹਨਾਂ ਦੇ ਚਰਨਾਂ ਦੀ ਧੂੜੀ ਸਾਨੂੰ ਵੀ ਦੇ ਦੇ। ਅੰਤਰਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ। ਜਿਨ੍ਹਾਂ ਨੇ ਤੇਰਾ ਨਾਮ ਜਪਿਆ ਉਹਨਾਂ ਸੰਤਾਂ ਦੇ ਚਰਨਾਂ ਦੀ ਧੂੜੀ ਮਿਲ ਜਾਵੇ, ਅਸੀਂ ਮਸਤਕ ਤੇ ਲਾ ਲਈਏ, ਸਾਡੇ ਮਾੜੇ ਕਰਮ ਲੇਖ ਮਿਟ ਜਾਣ ਤੇ ਚੰਗੇ ਕਰਮ ਸਾਡੇ ਬਣ ਜਾਣ। ਪਰ ਉਹਨਾਂ ਦੀ ਦਾਤ ਵੀ ਐਵੇਂ ਨਹੀਂ ਮਿਲਦੀ ਹੈ। ਉਹ ਵੀ ਕੋਈ ਵਿਰਲਾ ਹੀ ਗੁਰਮੁਖ ਹੈ ਜਿਹਦੀ ਐਸੀ ਚਰਨਾਂ ਦੀ ਧੂੜੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਨਾਨਕ ਬਾਦਸ਼ਾਹ ਧੂੜ ਤਿੰਨ, ਉਹਨਾਂ ਦੇ ਚਰਨਾਂ ਦੀ ਧੂੜ ਅਸੀਂ ਚਾਹੁੰਦੇ ਹਾਂ। ਪ੍ਰਭ ਸਰਣੀ ਦਰ ਪੜੀਆ, ਜਿਹੜੇ ਪਰਮਾਤਮਾ ਦੇ ਦਰ ਤੇ ਸ਼ਰਨ ਵਿੱਚ ਪਹੁੰਚੇ ਹੋਏ ਪ੍ਰਾਪਤ ਹੋਏ ਹਨ। ਮੰਗਰ ਪ੍ਰਭ ਆਰਾਧਨਾ, ਬੌੜ ਨਾ ਜਨਮੜਿਆ। ਅੱਜ ਸਾਨੂੰ ਮੱਘਰ ਦਾ ਇਹ ਮਹੀਨਾ ਜੋ ਹੈ ਨਾ ਉਹ ਪ੍ਰਾਪਤ ਹੋਇਆ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮੱਘਰ ਦੇ ਮਹੀਨੇ ਵਿੱਚ ਪ੍ਰਵਾਨ ਉਹ ਨੇ, ਸਫਲੇ ਉਹ ਨੇ ਜਿਨ੍ਹਾਂ ਨੇ ਪਰਮਾਤਮਾ ਤੈਨੂੰ ਆਰਾਧਨਾ ਕੀਤਾ ਹੈ। ਦਿਨ ਰਾਤੀ ਆਰਾਧ ਹੋ ਪਿਆਰੋ, ਨਿਮਖ ਨਾ ਕੀਜੈ ਢਿੱਲੋ। ਜਿਨ੍ਹਾਂ ਨੇ ਤੈਨੂੰ ਆਰਾਧਿਆ ਹੈ, ਤੈਨੂੰ ਯਾਦ ਕੀਤਾ ਹੈ, ਬਹੁੜ ਨਾ ਜਨਮੜੀਆ, ਉਹ ਵਾਰ-ਵਾਰ ਜਨਮ ਲੈ ਕੇ ਦੁਨੀਆ ਵਿੱਚ ਨਹੀਂ ਆਉਣਗੇ।
ਜਿਨ੍ਹਾਂ ਨੇ ਤੈਨੂੰ ਅਰਾਧਿਆ ਨਹੀਂ, ਉਹ ਭਾਵੇਂ ਕਰਮ ਕਿਸ ਤਰ੍ਹਾਂ ਦੇ ਵੀ ਪੁੰਨ ਦਾਨ ਵਾਲੇ ਕਰ ਲੈਣ, ਜਨਮਾਂ ਵਿੱਚ ਜ਼ਰੂਰ ਆਉਣਗੇ। ਆਪਾਂ ਬਚਨ ਪੜ੍ਹਦੇ ਹਨ ਇਤਿਹਾਸ ਦੇ ਵਿੱਚੋਂ, ਧ੍ਰਿਸ਼ਟ ਰਾਸ਼ਟਰ ਨਾਮ ਦਾ ਇੱਕ ਰਾਜਾ, ਅੱਖਾਂ ਦਾ ਅੰਨਾ ਪਰ ਰਾਜਾ ਬਣਿਆ। ਇਹ ਸਾਖੀ ਆਪਾਂ ਕਈ ਵਾਰੀ ਸਰਵਣ ਕੀਤੀ ਹੈ। ਤੇ ਉਹਨੇ ਭਗਵਾਨ ਜੀ ਨੂੰ ਪੁੱਛਿਆ, ਕਹਿਣ ਲੱਗਾ ਵੀ ਮੈਂ ਚੰਗੇ ਕਰਮ ਇੰਨੇ ਕੀਤੇ। ਆਪਾਂ ਆਖਦੇ ਨਾ ਵੀ ਮੈਂ ਚੰਗੇ ਕਰਮ ਕਰਦਾ ਤੇ ਮੇਰਾ ਤੇ ਜੰਮਣ ਮਰਨ ਖਤਮ ਹੋ ਗਿਆ। ਇਹ ਸਾਖੀ ਕੀ ਕਹਿੰਦੀ ਪਈ ਹੈ? ਉਹ ਰਾਜੇ ਨੇ ਆਖਿਆ, ਕਹਿਣ ਲੱਗਾ 100 ਜਨਮ ਦਾ ਮੈਨੂੰ ਗਿਆਨ ਹੈ ਵੀ 100 ਜਨਮ ਮੈਂ ਪਾਪ ਕਰਮ ਕੀਤਾ ਹੀ ਨਹੀਂ। ਪੁੰਨ ਕੀਤੇ, ਦਾਨ ਕੀਤੇ, ਭਲੇ ਕੀਤੇ, ਚੰਗੇ ਕਰਮ ਹੀ ਕੀਤੇ ਜਿੰਨੇ ਕੀਤੇ। 100 ਜਨਮ ਦਾ ਮੈਂ ਗਿਆਨ ਰੱਖਦਾ ਹਾਂ। ਇੰਨਾ ਹੀ ਗਿਆਨ ਬੱਚੇ ਨੂੰ ਮਾਤਾ ਦੇ ਉਦਰ ਦੇ ਵਿੱਚ ਹੁੰਦਾ। 100 ਜਨਮ ਦਾ ਗਿਆਨ ਤੇ ਬੱਚੇ ਨੂੰ ਵੀ ਹੈ, ਮਾਂ ਦੇ ਗਰਭ ਦੇ ਅੰਦਰ। ਤੇ 100 ਜਨਮ ਦਾ ਗਿਆਨ ਇਹ ਰਾਜਾ ਰੱਖਦਾ। ਕਹਿਣ ਲੱਗਾ ਵੀ ਇੰਨਾ ਲੰਮਾ ਮੇਰਾ ਗਿਆਨ ਹੈ, 100 ਜਨਮ ਵਿੱਚ ਮੈਂ ਪਾਪ ਕਰਮ ਨਹੀਂ ਕੀਤਾ, ਮੈਂ ਅੰਨਾ ਕਿਉਂ ਹੋਇਆ? ਉਸ ਵੇਲੇ ਭਗਵਾਨ ਜੀ ਕਹਿਣ ਲੱਗੇ, ਇਸ ਤੋਂ ਪਿੱਛੇ ਚਲੇ ਚੱਲ, ਤੂੰ ਕਿਸੇ ਦੀਆਂ ਅੱਖਾਂ ਅੰਨੀਆਂ ਕੀਤੀਆਂ ਤੇ ਉਹਦਾ ਫਲ ਤੈਨੂੰ ਮਿਲਿਆ, ਤੂੰ ਵੀ ਅੰਨਾ ਹੋਇਆ। ਫਿਰ ਮੈਂ ਰਾਜਾ ਕਿਉਂ ਬਣਿਆ? ਰਾਜਾ ਤੂੰ ਤਾਂ ਬਣਿਆ, ਤੂੰ ਚੰਗੇ ਕਰਮ ਇੰਨੇ ਕੀਤੇ, ਉਹਨਾਂ ਦਾ ਫਲ ਭੋਗਣ ਵਾਸਤੇ ਰਾਜਾ ਬਣਿਆ। ਗੁਰਮੁਖੋ, ਚੰਗੇ ਕਰਮ ਇੰਨੇ ਕੀਤੇ ਵੀ ਰਾਜਾ ਬਣ ਕੇ ਫਲ ਤੇ ਭੋਗਦਾ ਪਿਆ, ਪਰ ਉਹਨਾਂ ਚੰਗੇ ਕਰਮਾਂ ਦੇ ਨਾਲ ਜਨਮਾਂ 'ਚੋਂ ਮੁਕਤ ਨਹੀਂ ਹੋਇਆ। ਕਹਿਣ ਲੱਗਾ 100 ਜਨਮ ਦਾ ਤੇ ਗਿਆਨ ਮੈਨੂੰ ਹੈ ਵੀ ਮੈਂ 100 ਜਨਮ ਚੰਗੇ ਕੰਮ ਕੀਤੇ, ਤੇ ਜੇ ਕੰਮ ਕੀਤੇ ਤੇ ਜਨਮਾਂ ਵਿੱਚ ਆਇਆ, ਤੇ ਜੇ ਜਨਮਾਂ 'ਚ ਆਉਂਦਾ ਪਿਆ ਤੇ ਇਹਦਾ ਮਤਲਬ ਇਹ ਆ ਵੀ ਪੁੰਨ ਕਰਕੇ, ਦਾਨ ਕਰਕੇ ਤੂੰ ਮੁਕਤ ਨਹੀਂ ਹੋ ਸਕਦਾ। ਜਨਮ ਬਣੇ ਰਹਿਣੇ ਨੇ, ਜਿਵੇਂ ਧ੍ਰਿਤ ਰਾਸ਼ਟਰ ਦੇ ਬਣੇ ਰਹੇ, ਜਨਮਾਂ ਵਿੱਚ ਤੁਰਿਆ ਆਇਆ, ਚੰਗੇ ਕੀਤੇ ਨੇ ਤੇ ਅੱਜ ਬਹੁਤੇ ਚੰਗੇ ਹੋ ਗਿਆ ਤੇ ਰਾਜਾ ਬਣ ਗਿਆ। ਪਰ ਜੇ ਕਿਸੇ ਦੀਆਂ ਅੱਖਾਂ ਅੰਨੀਆਂ ਕੀਤੀਆਂ ਤੇ ਆਪ ਵੀ ਅੰਨਾ ਬਣ ਕੇ ਦੁਨੀਆ ਤੇ ਆਇਆ। ਤੇ ਅਸੀਂ ਵੀ ਇਹ ਗੱਲ ਕਹਿ ਦਿੰਦੇ, ਮੈਂ ਇੰਨੇ ਵਰਤ ਰੱਖਦਾ ਹਾਂ, ਮੈਂ ਇੰਨੇ ਵਰਤ ਰੱਖੇ ਨੇ, ਇੰਨੇ ਮੈਂ ਦਾਨ ਕੀਤੇ ਨੇ, ਇੰਨੇ ਮੈਂ ਪੁੰਨ ਕੀਤੇ, ਇੰਨਾ ਕੱਪੜਾ ਬਸਤਰ ਜੁੱਤੀਆਂ ਦਾਨ ਕੀਤੀਆਂ, ਇੰਨੀ ਮਾਇਆ ਦਾਨ ਕੀਤੀ, ਮੈਂ ਤੇ ਹੁਣ ਮੁਕਤ ਹੋ ਗਿਆ। ਜੇ ਇਸ ਤਰ੍ਹਾਂ ਕੀਤਿਆਂ ਮੁਕਤੀ ਮਿਲੇ ਤੇ ਫਿਰ ਧ੍ਰਿਤ ਰਾਸ਼ਟਰ ਨੂੰ ਮੁਕਤ ਹੋਣਾ ਚਾਹੀਦਾ ਸੀ ਨਾ, ਉਹਨੂੰ ਫਿਰ ਜਨਮਾਂ 'ਚ ਤੇ ਨਹੀਂ ਨਾ ਆਉਣਾ ਚਾਹੀਦਾ, ਪਰ ਉਹ ਆਇਆ ਹੈ। ਸਤਿਗੁਰੂ ਇੱਥੇ ਕਹਿਣ ਲੱਗੇ, ਕਹਿੰਦੇ ਪ੍ਰਮਾਤਮਾ ਜਿਹੜੇ ਤੇਰਾ ਆਰਾਧਨ ਕਰਨਗੇ, ਜਿਹੜੇ ਨਾਮ ਜਪਣਗੇ, ਜਨਮ ਦੇ ਵਿੱਚੋਂ ਮੁਕਤੀ ਉਹਨਾਂ ਦੀ ਹੋਣੀ ਹੈ। ਨਾਮ ਜਪੇ ਤੋਂ ਬਿਨਾਂ ਪੁੰਨ ਦਾਨ ਕਰੀ ਚੱਲ, ਚੰਗੀ ਗੱਲ ਹੈ, ਪਰ ਤੈਨੂੰ ਜਨਮ ਦੇ ਵਿੱਚੋਂ ਮੁਕਤੀ ਨਹੀਂ ਹੋ ਮਿਲਣੀ। ਵਾਰ-ਵਾਰ ਗੇੜਾ ਲੈ ਕੇ ਸੰਸਾਰ ਵਿੱਚ ਆਉਣਾ ਪੈਣਾ। ਤੇ ਸਤਿਗੁਰਾਂ ਨੇ ਸਾਨੂੰ ਵੱਡੀ ਦਾਤ ਦੇ ਨਾਲ ਜੋੜਿਆ। ਵੱਡੀ ਦਾਤ ਕੀ ਹੈ? ਪਰਮਾਤਮਾ ਦਾ ਨਾਮ। ਜਿਨੇ ਨਾਮ ਧਿਆਇਆ ਗਏ ਮਸਕਤ ਘਾਲ, ਜਿਨ੍ਹਾਂ ਨੇ ਨਾਮ ਜਪਿਆ, ਮਸ਼ੱਕਤ ਕੀਤੀ ਹੈ, ਮਿਹਨਤ ਕੀਤੀ ਹੈ ਨਾਮ ਜਪਣ ਵੇਲੇ। ਨਾਮ ਜਪਣ ਦੀ ਬੜੀ ਮਿਹਨਤ ਹੈ। ਤੜਕੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜਦੋਂ ਕੋਈ ਨਾਮ ਜਪਦਾ ਨਾ, ਨੀਂਦ ਆਉਂਦੀ ਹੈ ਤੇ ਨੀਂਦ ਨਾਲ ਜੰਗ ਹੁੰਦਾ, ਦਲਿੱਦਰ ਨਾਲ ਜੰਗ ਹੁੰਦਾ, ਉਦਮ ਕਰਨਾ ਪੈਂਦਾ। ਬੜੀ ਵੱਡੀ ਮਸ਼ੱਕਤ ਹੈ। ਅਸੀਂ ਥੋੜ੍ਹੇ ਕੁ ਦਿਨ ਤੜਕੇ ਕਿਤੇ ਉੱਠ ਪਈਏ ਨਾ ਤਾਂ ਮੁੜ ਕੇ ਅੱਧਾ ਦਿਨ ਸਾਨੂੰ ਚੱਕਰ ਆਉਂਦੇ ਰਹਿੰਦੇ। ਦੱਸਦੇ ਹਾਂ ਸਾਰੇ ਮੁਹੱਲੇ ਦੇ ਵਿੱਚ ਵੀ ਅੱਜ ਪ੍ਰਭਾਤ ਫੇਰੀ ਆਉਣੀ ਤੇ ਮੈਂ ਤੜਕੇ ਉੱਠਿਆ ਸੀ। ਤੜਕੇ ਉੱਠਣਾ ਸੌਖਾ ਨਹੀਂ ਹੈ। ਦੂਜਿਆਂ ਨੂੰ ਦੱਸਦੇ ਵੀ ਅੱਜ ਉੱਠਿਆ ਹਾਂ ਤੇ ਮੁੜ ਕੇ ਸਿਰ ਪੀੜ ਦੀਆਂ ਗੋਲੀਆਂ ਖਾਂਦਾ ਪਿਆ। ਤੜਕੇ ਉੱਠ ਕੇ ਇਸ਼ਨਾਨ ਕਰਕੇ ਨਾਮ ਦੇ ਵਿੱਚ ਬੈਠਣਾ ਬੜੀ ਵੱਡੀ ਮਸ਼ੱਕਤ ਹੈ, ਬੜੀ ਵੱਡੀ ਮਿਹਨਤ ਹੈ। ਜਿਨ੍ਹਾਂ ਨੇ ਇਹ ਮਿਹਨਤ ਕੀਤੀ ਹੈ, ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਉਹਨਾਂ ਦੇ ਮੁਖ ਉਜਲੇ ਨੇ ਨਾਮ ਜਪਣ ਵਾਲਿਆਂ ਦੇ। ਉਹਨਾਂ ਦੀ ਸੰਗਤ ਕਰਨ ਵਾਲੇ ਪਤਾ ਨਹੀਂ ਕਿੰਨੇ ਕੁ ਨਾਲ ਛੁੱਟ ਜਾਣਗੇ। ਤੇ ਸਤਿਗੁਰਾਂ ਨੇ ਤਾਂ ਹੀ ਆਖਿਆ ਨੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆ। ਇੱਕ ਦਿਨ ਤੜਕੇ ਉੱਠ ਕੇ ਦੁਨੀਆ ਨੂੰ ਸਿਰ ਤੇ ਚੁੱਕਿਆ, ਅੱਜ ਮੈਂ ਤੜਕੇ ਉੱਠਿਆ। ਰੋਜ਼ ਉੱਠ ਕੇ ਉਹਦੇ ਨਾਮ ਨੂੰ ਜਪ। ਨਾਮ ਨੂੰ ਜਪੇਂਗਾ ਤੇ ਜਨਮ ਵਿੱਚੋਂ ਮੁਕਤ ਹੋਵੇਂਗਾ। ਨਾਮ ਨਹੀਂ ਜਪਿਆ, ਕਰਮ ਜਿੰਨੇ ਮਰਜ਼ੀ ਚੰਗੇ ਕਰ, ਜਨਮਾਂ ਦਾ ਖਾਤਮਾ ਨਹੀਂ ਹੋਣਾ। ਉਹਦਾ ਫਲ ਭੋਗਣ ਵਾਸਤੇ ਦੁਨੀਆ 'ਤੇ ਆਉਣਾ ਪੈਣਾ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਮੰਗਿਰ ਪ੍ਰਭ ਆਰਾਧਨਾ ਬਹੁੜ ਨਾ ਜਨਮੜੀਆ। ਮੱਘਰ ਦੇ ਮਹੀਨੇ ਵਿੱਚ ਜੋ ਪ੍ਰਮਾਤਮਾ ਦਾ ਨਾਮ ਜਪਣਗੇ ਨਾ, ਉਹ ਜਨਮਾਂ ਵਿੱਚ ਨਹੀਂ ਆਉਣਗੇ, ਤੇ ਜਿਹੜੇ ਨਹੀਂ ਜਪਣਗੇ ਉਹਨਾਂ ਵਾਸਤੇ ਜੰਮਣ ਮਰਨ ਬਣਿਆ ਰਹਿਣਾ। ਗੁਰੂ ਕਿਰਪਾ ਕਰੇ ਇਹ ਮੱਘਰ ਦਾ ਮਹੀਨਾ ਸਾਡੇ ਵਾਸਤੇ ਚੜ੍ਹਦੀ ਕਲਾ ਦੇ ਨਾਲ ਨਾਮ ਬਾਣੀ ਨੂੰ ਜਪਦਿਆਂ ਬਤੀਤ ਹੋਵੇ। ਭੁੱਲਾਂ ਦੀ ਮੁਆਫੀ, ਲੇਖੈ ਕਤਹਿ ਨਾ ਛੁਟੀਐ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ